ਹਾਂਜੀ ਬੱਚੇ, ਚੇਤਨ ਭਾਰਤ ਲਰਨਿੰਗ 'ਚ ਤੁਹਾਡੇ ਸਭ ਦਾ ਸਵਾਗਤ ਹੈ। ਪਟਵਾਰੀ ਦਾ ਪੇਪਰ ਹੋ ਗਿਆ। ਬੱਚੇ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਦੇ ਰਹੇ ਹੈ। ਜਿਨ੍ਹਾਂ ਬੱਚਿਆਂ ਨਾਲ ਮੇਰੀ ਗੱਲ ਹੋਈ ਹੈ, ਇੰਟਰੈਕਸ਼ਨ ਹੋਈ ਹੈ, ਜਿਹੜੇ ਬੱਚੇ ਪੇਪਰ ਦੇ ਕੇ ਆਏ ਹੈ, ਕਹਿ ਰਹੇ ਹੈ ਕਿ ਪੇਪਰ ਬਹੁਤ ਸੌਖਾ ਆਇਆ ਸੀਗਾ ਐਂਡ ਜੋ ਅਸੀਂ ਕਲਾਸਿਸ 'ਚ ਕਵਰ ਕੀਤਾ ਹੋਇਆ ਸੀਗਾ ਮੋਸਟ ਆਫ ਦੀ ਚੀਜ਼ਾਂ ਉਹਨਾਂ ਤੋਂ ਲਾਈਕ ਮੋਸਟ ਆਫ ਦੀ ਕੁਐਸਚਨਸ ਉਸ ਕੰਟੈਂਟ ਤੋਂ ਆਨਸਰ ਹੋ ਰਹੇ ਸੀਗੇ। ਕਾਫੀ ਪੋਜ਼ਿਟਿਵ ਰਿਸਪੌਂਸ ਹੈ ਬੱਚਿਆਂ ਦਾ, ਇਹ ਜਾਣ ਕੇ ਬਹੁਤ ਅੱਛਾ ਹੋਇਆ। ਬਟ ਇੱਕ ਵਾਰੀ ਇੱਕ ਓਫੀਸ਼ੀਅਲ ਡਿਸਕਸ਼ਨ ਵੀਡੀਓ ਦੀ ਡਿਮਾਂਡ ਕਰ ਰਹੇ ਸੀਗੇ ਬੱਚੇ ਕਿ ਸਾਰੇ ਕੁਐਸਚਨਸ ਇੱਕ ਵਾਰੀ ਸੋਲਵ ਕਰ ਦਿੱਤੇ ਜਾਣ ਤਾਂ ਕਿ ਫਿਰ ਵੀ ਜੋ ਥੋੜੇ ਬਹੁਤ ਐਰਰ ਹੈਗੇ ਹੈ ਉਹ ਅਸੀਂ ਕ੍ਰੋਸ ਚੈੱਕ ਕਰ ਲਈਏ। PSSB ਨੇ ਆਪਣੀ ਪ੍ਰੋਵੀਜ਼ਨਲ ਆਨਸਰ ਕੀ ਵੀ ਅਪਲੋਡ ਕਰਤੀ ਹੋਈ ਹੈ ਆਪਣੀ ਵੈਬਸਾਈਟ ਦੇ ਉੱਤੇ, ਤਾਂ ਫਿਰ ਵੀ ਤੁਸੀਂ ਜੇ ਆਨਸਰਸ ਦੀ ਐਕਸਪਲੇਨੇਸ਼ਨ ਲਈ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਕੋਈ ਵੀ ਕੁਐਸਚਨ 'ਚ ਤੁਹਾਨੂੰ ਡਾਊਟ ਹੈ ਕਿ ਇਹਦਾ ਆਨਸਰ ਇਹ ਕਿਉਂ ਹੈ, ਕਿਉਂ ਨਹੀਂ ਹੋਣਾ ਚਾਹੀਦਾ, ਤਾਂ ਤੁਸੀਂ ਉਹ ਕੁਐਸਚਨ ਨੂੰ ਇੱਥੋਂ ਇਸ ਵੀਡੀਓ ਤੋਂ ਰੈਫਰ ਕਰ ਸਕਦੇ ਹੋ। ਕਟ ਆਫ ਕਾफ़ी ਸਾਰੇ ਬੱਚੇ ਪੁੱਛ ਰਹੇ ਹੈ ਕਿ ਕਟ ਆਫ ਕੀ ਰਹੂਗੀ। CBL ਦੇ ਜਿਹੜੀ ਟੀਮ ਹੈ ਸਾਡੇ ਸਭ ਦੇ ਹਿਸਾਬ ਨਾਲ ਅਸੀਂ ਦੇਖਿਆ ਕਿ ਕਿਉਂਕਿ ਪੇਪਰ ਦਾ ਡਿਫਿਕਲਟੀ ਲੈਵਲ ਥੋੜਾ ਜਿਹਾ ਘੱਟ ਸੀਗਾ, ਈਜ਼ੀ ਪੇਪਰ ਆਪਾਂ ਕਲਾਸੀਫਾਈ ਕਰ ਸਕਦੇ ਹਾਂ ਇਸ ਨੂੰ, ਤਾਂ ਕਟ ਆਫ ਥੋੜੀ ਜੀ ਹਾਈ ਰਹੂਗੀ। ਅਕੋਰਡਿੰਗ ਟੂ ਅਸ ਦੀ ਕਟ ਆਫ ਸ਼ੁੱਡ ਬੀ ਇਨ ਦੀ ਰੇਂਜ ਆਫ 90 to 100। ਬਾਕੀ ਡਿਪੈਂਡ ਕਰਦਾ ਹੈ ਕਿ ਬਾਕੀ ਬੱਚਿਆਂ ਦੇ ਨੰਬਰ ਕਿੰਨੇ ਆਏ ਆ। ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਹੋਰ ਬੱਚਿਆਂ ਨਾਲ ਗੱਲ ਕਰਾਂਗੇ ਐਜ਼ ਪੋਜੀਸ਼ਨ ਥੋੜੀ ਜੀ ਹੋਰ ਕਲੀਅਰ ਹੋਊਗੀ। ਤਾਂ ਇਹ ਵੀਡੀਓ 'ਤੇ ਡਿਫਰੈਂਟ ਜਿਹੜੇ ਸਬਜੈਕਟ ਟੀਚਰਸ ਹੈ ਤੁਹਾਡੇ ਨਾਲ ਆ ਕੇ डिफरेंट सब्जेक्ट्स या कंपोनेंट्स ਦੇ ਕੁਐਸਚਨਸ ਡਿਸਕਸ ਕਰਨਗੇ। ਮਨੀਸ਼ ਸਰ ਤੁਹਾਡੇ ਨਾਲ ਕੁਆਂਟ ਐਂਡ ਰੀਜ਼ਨਿੰਗ ਵਾਲਾ ਪੋਰਸ਼ਨ ਡਿਸਕਸ ਕਰਨਗੇ, ਧਵਨ ਸਰ ਤੁਹਾਡੇ ਨਾਲ ਕੰਪਿਊਟਰ ਡਿਸਕਸ ਕਰਨਗੇ, ਭੁਵੇਸ਼ ਸਰ GS ਦੇ ਕਾਫੀ ਸਾਰੇ ਕੰਪੋਨੈਂਟ ਡਿਸਕਸ ਕਰਨਗੇ। ਮੈਂ ਲੈਂਗੁਏजेस ਵਾਲਾ ਪੋਰਸ਼ਨ ਤੁਹਾਡੇ ਨਾਲ ਡਿਸਕਸ ਕਰੂੰਗਾ। ਤਾਂ ਵਿदाउट वेस्टिंग एनी टाइम ਆਪਾਂ स्टार्ट करते हैं आज के टेस्ट की डिस्कशन। हाँ जी, तो इंग्लिश के क्वेश्चंस देखते हैं। 46 क्वेश्चन ये सेट B हम डिस्कस कर रहे हैं। फाइंड आउट which part of a sentence has an error and mark that part as an answer। कि कुछ phrases या कुछ parts of the sentence underline किए हुए हैं, हमने identify करना है कि कौन सा part गलत है। For her sake as well as for Mohan I hoped fervently that she might get a job। की गलती है हमने sentence च for her sake as well as for मोहन्स सेक लिखना सीगा। सेक चलो आप उसे कॉमन लिखता। फॉर हर सेक एज वेल एज फॉर मोहन्स आई होप्ड फर्वेंटली दैट शी माइट गेट अ जॉब। तो इतने मोहन लिखा हुआ है, सो B वुड बी दी राइट आंसर। नेक्स्ट, फिल इन द ब्लैंक विद द सूटेबल प्रपोजिशन गिवन अंडर द सेंटेंस। Don't think that there is any exception dash the rules of moral conduct to, for, in, against। Don't think that there is any exception to the rules of moral conduct। exception to usually एक most common जड़ा preposition है use किया जाता है exception नाल। exception to XYZ चीज़, any exception to the rules of moral conduct। answer should be A। next, choose the correct meaning of the idiom given in the bold in the sentence। थे सब कुछ ही bold है, कलर चेंज करता सी। It was such a strange affair that I would not make head or tail of it। इतना strange affair सीगा कि I would not make head or tail out of it। की मतलब है दा face it, tolerate it, remember it, understand it। ਇਹ ਜੇ ਤੁਸੀਂ ਈਡੀਐਮ ਨਹੀਂ ਵੀ ਪਹਿਲਾਂ ਪੜ੍ਹਿਆ ਹੋਇਆ ਸੀਗਾ ਸੈਂਸ ਆਫ ਦੀ ਸੈਂਟੈਂਸ ਤੋਂ ਤੁਸੀਂ ਇਹਦਾ ਆਨਸਰ ਮੇਰੇ ਹਿਸਾਬ ਨਾਲ ਈਜ਼ੀਲੀ ਗੈਸ ਕਰ ਸਕਦੇ ਸੀਗੇ ਕਿ ਇੰਨਾ ਸਟ੍ਰੇਂਜ, ਇੰਨਾ ਅਜੀਬੋ ਗਰੀਬ ਜਿਹਾ ਅਫੇਅਰ ਸੀਗਾ ਕਿ ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀਗਾ ਕਿ ਕੀ ਹੋ ਰਿਹਾ ਸੀਗਾ। ਆਈ ਵੁੱਡ ਨਾਟ ਮੇਕ ਹੈਡ ਔਰ ਟੇਲ ਆਫ ਇਟ, ਅੰਡਰਸਟੈਂਡ ਇਟ। D ਸ਼ੁੱਡ ਬੀ ਦੀ ਆਨਸਰ। ਨੈਕਸਟ, select the most suitable alternative in accordance with the correct grammatical rules। ਆਪਾਂ ਨੂੰ ਸਿਮਿਲਰ ਦੇ 4 sentences ਦਿੱਤੇ ਹੋਏ ਆ, ਆਪਾਂ ਆਈਡੈਂਟੀਫਾਈ ਕਰਨਾ ਹੈ grammatically correct sentence ਇਹਨਾਂ ਚੋਂ ਕਿਹੜਾ ਹੈ। The villagers were enjoying winter evening around the fire। ਹੁਣ ਇਸੇ ਸੈਂਟੈਂਸ ਨੂੰ ਥੋੜਾ ਮੋਡੀਫਾਈ ਕਰਕੇ ਰੱਖਿਆ। Villagers were enjoying winter evening around a fire, villagers were enjoying winter evening around fire, या villagers were enjoying winter evening around fire। हाँ सॉरी, round fire। की आंसर होना चाहिए। इसका करेक्ट आंसर है A। villagers were enjoying winter evening around the fire। कि उस पर्टिकुलर फायर दे अराउंड villagers अपनी winter evening नू enjoy कर रहे सीगे। The fire should be the should have been correct and A is the right answer। Next, choose the expression from the given alternatives which is an improvement upon the bold part।
ऑफ द सेंटेंस आ जड़ा पोर्शन सीगा तुहानू क्वेश्चन जो बोल्ड करके दिता होया सीगा आपां वो फ्रेज चूज करना वो एक्सप्रैशन चूज करना है जड़ा आपां इहदी जगह ते यूज करांगे तां सेंटेंस होर बैटर हो जाऊगा। वी वर स्टिल स्टैंडिंग इन द क्यू व्हेन द फिल्म वाज बिगिनिंग। इनकी जगह ते आपां की लिखिए कि सेंटेंस इंप्रूव हो जाए। व्हेन द फिल्म बिगिनस, व्हेन द फिल्म हैड बिगन, व्हेन द फिल्म बिगेन, या ऑलरेडी परफेक्ट सेंटेंस है। वी वर स्टिल स्टैंडिंग इन द क्यू व्हेन द फिल्म बिगेन। जदों फिल्म स्टार्ट हुई मैं हजे तक क्यू च ही खड़ा होया सी, असी हजे क्यू च ही खड़े हुए सी। वी वर स्टिल स्टैंडिंग इन द क्यू व्हेन द फिल्म बिगेन, जदों फिल्म शुरू हुई। Next, choose the alternative which can be substituted for the given sentence. आप one word substitution दसना है दा the feeling inside you which tells you what is right and what is wrong. वो feeling ਜਿਹੜੀ ਤੁਹਾਨੂੰ ਦੱਸਦੀ ਹੈ ਤੁਹਾਡੇ ਅੰਦਰ ਕਿ ਕੀ ਸਹੀ ਹੈ ਕੀ ਗਲਤ ਹੈ। Cleverness, conscience, consciousness या fear. Conscience. B is the right answer. Next. Choose the word nearest in meaning to the bold part given in the sentence. There is a tacit agreement between the superparts not to engage themselves in armed conflict. Tacit da meaning ਦੱਸਣਾ ਹੈ ਤੁਸੀਂ। Tacit agreement between the superparts. Unspoken, speechless, silent या introvert. ਇਹਦਾ correct answer होना सी unspoken। कि एक agreed, unspoken, agreed ਜਾਂ एक tacit अंडरस्टैंडिंग एग्जिस्ट करती है बिटवीन सुपर पावर्स नॉट टू एंगेज दैमसेल्व्स इन आर्म्ड कन्फ्लिक्ट। हुण आपां ओपोजिट चूज करना सीगा 53rd क्वेश्चन च। चूज द वर्ड ओपोजिट इन मीनिंग टू द वर्ड गिवन बिलो। शिवैलरस, गैलेंट, डस्टर्डली, अमोरस या डिफाइंट। शिवैलरस की हुंदा शिवैलरी तो आया। गैलेंट, ब्रेव, गैलेंट इत्थे आपां ओपोजिट चूज करना सीगा। ये गैलेंट ए ऑप्शन आपां नूं कन्फ्यूज करन लई दित्ता होया सीगा। आपां क्वेश्चन ध्यान नाल नहीं पढ़िया। शिवैलरस आपां गैलेंट डायरैक्ट इहदा मीनिंग हुंदा है। आपां इमीडिएटली पेपर दे प्रैशर च पॉसिबिलिटी है कि आपां डायरैक्टली ए आंसर मार्क कर दईए, बट आपां ओपोजिट मार्क करना सीगा इस क्वेश्चन च। शिवैलरस, ब्रेव या गैलेंट तां हुंदा ही है, नाल ही कर्टियस भी इहदा एक मीनिंग हुंदा है कि वैल मैनर्ड, कर्टियस है अपने बिहेवियर च, पर्टिकुलरली इन विद रिस्पैक्ट टू विमेन। ਉਹਦੇ ਲਈ ਵੀ शिवैलरस वर्ड यूज़ किया जाता है। उस सेंस च एक तो हो जाऊगा लेट्स से कि ਜਿਹੜਾ ब्रेव वाला ਜਿਹੜਾ आस्पैक्ट है ਉਹਦਾ ओपोजिट, या जे ਆਪਾਂ मैनरिज्म के पॉइंट ऑफ व्यू तो गल करिए तो रूड भी शिवैलरस का ओपोजिट हो जाऊगा। डिफाइंट भी शिवैलरस का ओपोजिट हो जाऊगा कि ਜਿਹੜਾ कहना नहीं मानता या थोड़ा रूड बिहेवियर डिस्प्ले करता है। तो डी डिफाइंट शुड बी दी आंसर। आप ओपोजिट मार्क करना सीगा। डिफाइंट वुड बी दी ओपोजिट ऑफ शिवैलरस। फाइंड दी मिसस्पेल्ड वर्ड, कह रहे वर्ड दे स्पैलिंग गलत दिते हुए है। मेश्योर, एंटागनिज्म, एंटीसिपेटेड, ब्यूरोक्रेसी, कहते स्पैलिंग गलत है। आंसर आएगा सी एंटीसिपेटेड। द करेक्ट स्पैलिंग शुड हैव बीन एंटीसिपेटेड, इत्थे पी ए आना सी। नेक्स्ट, रीअरेंज दी पार्ट्स। पी क्यू आर एस आपां नूं कुछ पार्ट्स ऑफ दी सेंटेंस दिते हुए आपां इन्हां नूं रीअरेंज करना है सो एज टू फॉर्म अ मीनिंगफुल सेंटेंस। पीपल at his dispensary went to him of all professions for medicine and treatment. People of all professions went to him। इत्थे तक आप ऑप्शंस देखिए तो अपना करेक्ट आंसर आ चुका है। आर वाले दो ही ऑप्शन सीगे, इत्थे क्यू, सी शुड बी द राइट आंसर। पीपल ऑफ ऑल प्रोफेशंस वेंट people of all professions went to him for medicine and treatment at his dispensary। ये करेक्ट सेंटेंस बनता है PQSP। People of all professions went to him for medicine and treatment at his dispensary। So C should have been the right answer। हेठ लिखे 4 शब्दों विच चानन शब्द का समान अर्थक दसो। चानन का समान अर्थक मीनिंग दसना आपां किहड़ा सिमिलर मीनिंग वाला है। परछावां, सवेर, रोशनी, किरण। पंजाबी रिलेटिवली ईजी आई है। इंग्लिश के कंपैरिजन च देखा जाए तो पंजाबी वाले जिहड़े क्वेश्चन है वो ईजी पूछे गए हैं तुहानूं। तां चानन का आंसर आ गया सिंपली सी, रोशनी। हेठ लिखे 4 शब्दों विचों सुचज्जा का विरोधी दसना है। सुचज्जा, कुचज्जा, सही ढंग नाल कीती चीज़, माड़े ढंग नाल कीती चीज़। तो आंसर वुड बी सी, कुचज्जा। अपन डायरैक्टली ऑप्शन मैंशन सीगी। नैक्सट क्वेश्चन, जिथे सिक्के घड़े जाते हैं उस जगह नूं की कहंदे है।
ਸ਼ਾਮਲਾਟ, ਲੜੀ, ਟਕਸਾਲ ਜਾਂ ਬੰਜਰ। ਸਿੱਕੇ ਘੜੇ ਜਾਂਦੇ ਆ ਉਹਨੂੰ ਕਹਿੰਦੇ ਆ ਟਕਸਾਲ, ਮਿੰਟ। ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ। ਫੋਕੀਆਂ ਟਾਰਾਂ ਮਾਰਨੀਆਂ। ਇਹ ਕੁਐਸਚਨ ਥੋੜਾ ਜਿਹਾ ਮਤਲਬ ਅਲੱਗ ਤਰੀਕੇ ਨਾਲ ਇਹਨਾਂ ਨੇ ਪੁੱਛਿਆ ਹੋਇਆ ਕਿ ਜਿਹੜੇ ਆਪਾਂ ਨੂੰ ਆਪਸ਼ਨਸ ਦਿੱਤੇ ਹੋਏ ਆ, ਇਨਫੈਕਟ ਉਹ ਮੁਹਾਵਰੇ ਦਿੱਤੇ ਹੋਏ ਆ। ਆਪਾਂ ਦੇਖਣਾ ਕਿ ਫੋਕੀਆਂ ਟਾਰਾਂ ਮਾਰਨੀਆਂ ਕਿ ਐਵੇਂ ਗੱਲਾਂ 'ਚ ਕਰੀ ਜਾਣਾ, ਬਟ ਇਹ ਕਰ ਦਾਂਗੇ ਬਟ ਐਕਚੁਅਲੀ ਕੁਛ ਨਾ ਕਰਨਾ। ਕਿਹਦੇ ਨਾਲ ਮੈਚ ਕਰਦਾ? ਜ਼ਬਾਨੀ ਜਮ੍ਹਾਂ ਖਰਚ ਕਰਨਾ, ਝੂਠਿਆਂ ਦਾ ਗੁਰੂ, ਝੋਲੀ ਚੁੱਕ, ਛਾਈ ਮਾਈ। ਕਿਹੜਾ ਮੁਹਾਵਰਾ ਇਸ ਮੀਨਿੰਗ ਨੂੰ ਸੂਟ ਕਰਦਾ? ਫੋਕੀਆਂ ਟਾਰਾਂ ਮਾਰਨੀਆਂ, ਜ਼ਬਾਨੀ ਜਮ੍ਹਾਂ ਖਰਚ ਕਰਨਾ। ਇਹਦਾ ਮਤਲਬ ਹੈ ਫੋਕੀਆਂ ਟਾਰਾਂ ਮਾਰਨੀਆਂ ਕਿ ਗੱਲਾਂ 'ਚ ਬਹੁਤ ਕੁਛ ਕਹੀ ਜਾਣਾ ਕਿ ਆ ਵੀ ਕਰ ਦਾਂਗੇ, ਐਕਚੁਅਲੀ ਕੁਛ ਨਾ ਕਰਨਾ, ਪ੍ਰੈਕਟੀਕਲੀ ਕੁਛ ਅਚੀਵ ਨਾ ਕਰਨਾ। ਪਰ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨ ਅਰਥ ਨਹੀਂ ਹੈ? ਬਾਕੀ 3 ਸਿਨੋਨਿਮਸ ਹੈ, ਕਿਹੜਾ ਡਿਫਰੈਂਟ ਹੈ? ਨਿਆਂ, ਕਹਿਰ, ਜ਼ੁਲਮ, ਜ਼ਬਰ। ਕਹਿਰ, ਜ਼ੁਲਮ, ਜ਼ਬਰ ਤਾਂ ਸਿਮਿਲਰ ਵਰਡਸ ਹੋ ਗਏ, ਨਿਆਂ, ਜਸਟਿਸ ਡਿਫਰੈਂਟ ਹੋ ਗਿਆ। ਹੇਠ ਲਿਖੇ ਵਾਕਾਂ ਵਿੱਚ ਗਲਤ ਵਾਕ ਦੱਸੋ। ਕੁਛ ਆਪਾਂ ਨੂੰ 4 ਸੈਂਟੈਂਸਿਸ ਦਿੱਤੇ ਹੋਏ ਆ, ਆਪਾਂ ਦੱਸਣਾ ਹੈ ਗ੍ਰਾਮੈਟਿਕਲੀ ਕਿਹੜਾ ਸੈਂਟੈਂਸ ਗਲਤ ਹੈ। ਇਹ ਕੁੱਤਾ ਨਹੀਂ ਭੌਂਕਦਾ, ਠੀਕ ਲੱਗ ਰਿਹਾ। ਦਰਬਾਰ ਸਾਹਿਬ ਮਨੁੱਖ ਲਈ ਉਪਯੋਗੀ ਹੈ, ਬਿਲਕੁਲ ਠੀਕ ਹੈ। ਊਂਠ ਤੇ ਗਊਆਂ ਵਿੱਚ ਗਏ, ਇਹ ਕੀ ਗੱਲ ਬਣੀ? ਊਂਠ ਤੇ ਗਊਆਂ ਵਿੱਚ ਗਏ, ਇਹ ਤਾਂ ਸੈਂਸ ਹੀ ਨਹੀਂ ਬਣ ਰਹੀ। ਸੀ ਹੀ ਆਪਣਾ ਇਨਕਰੈਕਟ ਸੈਂਟੈਂਸ ਹੈ, ਗਲਤ ਵਾਕ ਹੈ। ਗੁਰਮੀਤ ਅਤੇ ਸੁਖਵਿੰਦਰ ਹੱਸ ਰਹੇ ਹਨ, ਇਹ ਤਾਂ ਬਿਲਕੁਲ ਠੀਕ ਹੈ, ਤਾਂ ਸੀ ਇਹਦਾ ਕਰੈਕਟ ਆਨਸਰ ਹੋ ਜਾਏਗਾ। ਨੈਕਸਟ, ਉਂਗਲ ਕਰਨੀ ਤੋਂ ਕੀ ਭਾਵ ਹੈ? ਕਿ ਬਿਨਾਂ ਸਬੂਤ ਕਿਸੇ ਵੱਲ ਸਾਨੂੰ ਉਂਗਲ ਨਹੀਂ ਕਰਨੀ ਚਾਹੀਦੀ, ਕਿਸੇ ਵੱਲ ਆਪਾਂ ਨੂੰ ਦੋਸ਼ ਨਹੀਂ ਲਾਉਣਾ ਚਾਹੀਦਾ। ਦੋਸ਼ ਲਾਉਣਾ, ਇਸ਼ਾਰਾ ਕਰਨਾ, ਕਾਬੂ ਕਰਨਾ, ਪਰਵਾਹ ਨਾ ਕਰਨਾ, ਇਹ ਇਸ ਦੀ ਰਾਈਟ ਆਨਸਰ, ਦੋਸ਼ ਲਾਉਣਾ। ਹੇਠ ਲਿਖਿਆਂ ਵਿੱਚੋਂ ਕਿਹੜਾ ਪੁਰਖਵਾਚੀ ਪੜ੍ਹਨਾਂਵ? ਪ੍ਰੋਪਰ ਗ੍ਰਾਮਰ ਦੀਆਂ ਚੀਜ਼ਾਂ ਆ ਰਹੀਆਂ। ਪੁਰਖਵਾਚੀ ਪੜ੍ਹਨਾਂਵ ਕਿਹੜਾ ਨਹੀਂ ਹੈ? ਮੈਂ, ਤੂੰ, ਕੋਈ, ਅਸੀਂ, ਆਈ। ਮੈਂ, ਤੂੰ, ਅਸੀਂ ਆਪਾਂ ਸਾਰੇ, ਮਤਲਬ ਪਰਸਨਲ ਨਾਲ ਕਨੈਕਟਡ ਹੈ। ਕੋਈ, ਸਮ, ਮਤਲਬ ਅਨਸਰਟਨ ਹੈ, ਇਨਡੈਫੀਨੇਟ ਹੈ, ਤਾਂ ਕੋਈ ਸ਼ੁੱਡ ਬੀ ਦੀ ਰਾਈਟ ਆਨਸਰ। ਪੁਰਖਵਾਚੀ ਦੱਸਣਾ ਸੀਗਾ ਜਿਹੜਾ ਲਾਈਕ ਪਰਸਨ ਜਾਂ ਤਾਂ ਬੋਲਣ ਵਾਲੇ ਜਾਂ ਸੁਣਨ ਵਾਲੇ ਜਾਂ ਇੱਧਰੋਂ ਜੋ ਟਰਾਂਸਫਰ ਕਰਨ ਵਾਲਾ ਹੈ, ਮਤਲਬ ਜੋ ਕਰਤਾ ਹੈਗਾ ਜਾਂ ਜੋ ਸਰੋਤਾ ਹੈਗਾ, ਉਹਦੇ ਕੰਟੈਕਸਟ 'ਚ ਜਿਹੜਾ ਹੋਵੇ ਉਹ ਪੁਰਖਵਾਚੀ ਹੈ। ਕੋਈ, ਸਮ, ਮਤਲਬ ਇਨਡੈਫੀਨੇਟ ਹੈ, ਤਾਂ ਇਹ ਇੱਥੇ ਫਿਟ ਇਨ ਨਹੀਂ ਹੁੰਦਾ। ਸੀ ਸ਼ੁੱਡ ਬੀ ਦੀ ਆਨਸਰ। ਨੈਕਸਟ, ਮੁੱਖ ਕਿਰਿਆ ਦੇ ਕਾਲ ਬੋਧਕ ਅੰਸ਼ ਨੂੰ ਕੀ ਕਹਿੰਦੇ ਹਨ? ਮੁੱਖ ਕਿਰਿਆ ਹੁੰਦੀ ਹੈ, ਉਹਦੇ ਕਾਲ ਬੋਧਕ ਅੰਸ਼ ਨੂੰ ਕੀ ਕਹਿੰਦੇ ਹਨ? ਮੈਂ ਪੜ੍ਹਦਾ ਹਾਂ, ਮੈਂ ਪੜ੍ਹ ਰਿਹਾ ਸੀ। ਪੜ੍ਹਨਾ ਹੋਗੀ ਮੁੱਖ ਕਿਰਿਆ, ਮੈਂ ਪੜ੍ਹਦਾ ਹਾਂ, ਮੈਂ ਪੜ੍ਹ ਰਿਹਾ ਸੀ। ਉਹਦੇ ਨਾਲ ਜਿਹੜੀ ਕਾਲ ਬੋਧਕ ਅੰਸ਼ ਹੈ ਉਹਨੂੰ ਕੀ ਕਹਿੰਦੇ ਆ? ਸਕਰਮਕ ਕਿਰਿਆ, ਸਹਾਇਕ ਕਿਰਿਆ, ਸੰਚਾਲਕ ਕਿਰਿਆ ਜਾਂ ਅਕਰਮਕ ਕਿਰਿਆ, ਉਹਨੂੰ ਕਹਿੰਦੇ ਆ ਸਹਾਇਕ ਕਿਰਿਆ। ਬੀ ਸ਼ੁੱਡ ਬੀ ਦੀ ਰਾਈਟ ਆਨਸਰ। ਹੇਠ ਲਿਖੇ ਸ਼ਬਦ ਸਮੂਹਾਂ ਵਿੱਚੋਂ ਕਿਹੜਾ ਸ਼ਬਦ ਜੋੜ ਪੱਖੋਂ ਸਹੀ ਨਹੀਂ ਹੈ? ਆਪਾਂ ਬੇਸਿਕਲੀ ਆਪਾਂ ਨੂੰ ਕੁਛ ਵਰਡਸ ਦਿੱਤੇ ਹੋਏ ਹੈ, ਕਨਫਿਊਜ਼ਿੰਗ ਜੇ ਉਹਨਾਂ ਦੇ ਸਪੈਲਿੰਗਸ ਦਿੱਤੇ ਹੋਏ ਹੈ, ਆਪਾਂ ਸਹੀ ਸ਼ਬਦ ਜੋੜ ਚੁਣਨਾ ਹੈ। ਕਿਹੜਾ ਸ਼ਬਦ ਜੋੜ ਪੱਖੋਂ ਸਹੀ ਹੈ? ਮੈਂ ਆਪਾਂ ਕਰੈਕਟ ਸਪੈਲਿੰਗਸ ਚੂਜ਼ ਕਰਨੇ ਹੈ ਗਿਵਨ ਆਪਸ਼ਨਸ 'ਚ। 84 ਦੁਪਹਿਰ ਤੇ ਚੁਗਿਲਦਾ ਸ਼ਬਦ ਹੈ, ਉਹਦੇ ਹੀ ਸਪੈਲਿੰਗਸ ਦੇ ਕੰਬੀਨੇਸ਼ਨ ਦਿੱਤੇ ਹੋਏ ਹੈ, ਤਾਂ ਇਹਦਾ ਕਰੈਕਟ ਆਨਸਰ ਹੋਣਾ ਚਾਹੀਦਾ ਏ। 84 ਦੁਪਹਿਰ ਚੁਗਿਲਦਾ, ਇਹ ਕਰੈਕਟ ਸਹੀ ਸ਼ਬਦ ਜੋੜ ਹੈ। ਤਾਂ ਇਹ ਆਪਾਂ ਨੂੰ ਕੁਐਸਚਨਸ ਪੁੱਛੇ ਗਏ ਸੀਗੇ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਪੰਜਾਬੀ ਤੇ ਇੰਗਲਿਸ਼ ਦੇ ਜੇ ਕੁਐਸਚਨਸ ਨੂੰ ਕੰਪੇਅਰ ਕੀਤਾ ਜਾਵੇ 10-10 ਕੁਐਸਚਨਸ ਆਏ ਆ। ਇੰਗਲਿਸ਼ ਦੇ ਕੁਐਸਚਨਸ ਥੋੜ੍ਹੇ ਜਿਹੇ ਟਫ ਸੀਗੇ ਐਜ਼ ਕੰਪੇਅਰ ਟੂ ਪੰਜਾਬੀ ਦੇ ਕੁਐਸਚਨ। ਓਵਰਆਲ ਲੈਵਲ ਆਫ ਦੀ ਪੇਪਰ, ਸਾਰੇ ਹੀ ਪੇਪਰ ਦਾ ਲੈਵਲ ਥੋੜ੍ਹਾ ਜਿਹਾ ਈਜ਼ੀ ਸੀਗਾ, ਬਟ ਫਿਰ ਵੀ ਜਿਹੜੇ ਮੈਂ 2 ਟੌਪਿਕਸ ਤੁਹਾਡੇ ਨਾਲ ਡਿਸਕਸ ਕੀਤੇ ਉਹਨਾਂ 'ਚ ਪੰਜਾਬੀ ਦੇ ਕੁਐਸਚਨਸ ਦਾ ਲੈਵਲ ਤਾਂ ਬਹੁਤ ਹੀ ਈਜ਼ੀ ਸੀਗਾ ਐਜ਼ ਕੰਪੇਅਰ ਟੂ ਇੰਗਲਿਸ਼ ਦਾ ਦੇਖਿਆ ਜਾਵੇ। ਇੰਗਲਿਸ਼ ਦੇ ਵੀ ਈਜ਼ੀ ਸੀਗੇ, ਬਟ ਐਜ਼ ਕੰਪੇਅਰ ਟੂ ਪੰਜਾਬੀ ਥੋੜ੍ਹੇ ਜਿਹੇ ਕੁਐਸਚਨਸ ਕੰਪਲੀਕੇਟਡ ਜਾਂ ਕੰਪਲੈਕਸ ਆਪਾਂ ਨੂੰ ਲੱਗ ਸਕਦੇ ਆ। ਤਾਂ ਇਹ ਸੀਗਾ। ਹੁਣ ਧਵਨ ਸਰ ਤੁਹਾਡੇ ਨਾਲ ਜਿਹੜਾ ਅਦਰ ਕੰਪਿਊਟਰ ਵਾਲੇ ਕੁਐਸਚਨਸ ਆ ਉਹ ਡਿਸਕਸ ਕਰਨਗੇ ਐਂਡ ਰਿਸਪੈਕਟਿਵ ਟੀਚਰਸ ਹੋਰ ਡਿਸਕਸ਼ਨਸ ਵਗੈਰਾ ਕਰਨਗੇ। ਤਾਂ ਆਈ ਟੇਕ ਯੂਰ ਲੀਵ ਵਿਦ ਦਿਸ ਐਂਡ ਆਈ ਹੋਪ ਯੂ ਵੁਡ ਹੈਵ ਪਰਫਾਰਮਡ ਵੈਲ ਇਨ ਯੋਰ ਐਗਜ਼ਾਮ। ਥੈਂਕ ਯੂ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਚੇਤਨ ਭਾਰਤ ਲਰਨਿੰਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪਟਵਾਰੀ ਦਾ ਐਗਜ਼ਾਮ ਹੋ ਗਿਆ ਹੈ ਔਰ ਮੈਨੂੰ ਬਹੁਤ ਸਾਰੇ ਬੱਚਿਆਂ ਦੇ ਫੋਨ ਆਏ ਹੈ ਕਿ ਪੇਪਰ ਬਹੁਤ ਆਸਾਨ ਲੱਗਿਆ। ਠੀਕ ਹੈ, ਆਪਾਂ ਡਿਸਕਸ ਕਰ ਲੈਂਦੇ ਆ
ਪੇਪਰ ਨੂੰ ਹੀ ਡਿਸਕਸ ਕਰ ਲੈਂਦੇ ਆ ਤਾਂ ਕਿ ਸਾਨੂੰ ਪਤਾ ਚੱਲੇ ਸਾਡੇ ਕਿਹੜੇ ਕੁਐਸਚਨ ਠੀਕ ਹੋਏ ਹੈ, ਕਿਹੜੇ ਕੁਐਸਚਨ ਗਲਤ ਹੋਏ ਹੈ। ਆਈ ਹੋਪ ਕਿ ਤੁਹਾਡਾ ਸਾਰਿਆਂ ਦਾ ਰਿਜ਼ਲਟ ਬਹੁਤ ਵਧੀਆ ਆਉਣ ਵਾਲਾ ਹੈ, ਠੀਕ ਹੈ, ਬਿਕਾਜ਼ ਕੰਪਿਊਟਰ ਦਾ ਪੇਪਰ ਵਾਕਈ ਬਹੁਤ ਆਸਾਨ ਸੀਗਾ। ਆਓ ਆਪਾਂ ਡਿਸਕਸ ਕਰਦੇ ਹਾਂ। ਪਹਿਲਾਂ ਫਰਸਟ ਕੁਐਸਚਨ ਸੀਗਾ ਜੀ, all the logical and the mathematical calculation done by the computer happen in on the system board, central control unit, central processing unit and motherboard। ਹੁਣ ਇੱਥੇ ਬਿਲਕੁਲ ਕਲੀਅਰ ਹੈ ਕਿ ਸਾਡੇ ਕੋਲ ਨਾ ਤਾਂ ਮਦਰਬੋਰਡ ਆਪਸ਼ਨ ਸੀ ਨਾ ਹੀ ਸਿਸਟਮ ਬੋਰਡ ਆਪਸ਼ਨ ਸੀ। ਤੁਹਾਨੂੰ ਇਹਨਾਂ ਦੋਨਾਂ ਦੇ ਵਿੱਚ ਹੀ ਤੁੱਕਾ ਮਾਰਨਾ ਸੀ, ਜਾਂ ਜੇ ਤੁਹਾਨੂੰ ਪਤਾ ਹੈ ਵੀ ਇਹਨਾਂ ਦੋਨਾਂ ਚੋਂ ਕਿਹੜਾ ਕਰੈਕਟ ਆਨਸਰ ਹੈ, ਕਿਉਂਕਿ ਮੋਸਟ ਆਫ ਦੀ ਬੱਚਿਆਂ ਨੂੰ ਪਤਾ ਹੋਏਗਾ ਕਿ ALU ਐਕਚੁਅਲੀ ਇਹਦਾ ਕਰੈਕਟ ਆਨਸਰ ਹੈ, ਰਾਈਟ, ਬਿਕਾਜ਼ ਇਹ ਸਾਰਾ ਜਿਹੜਾ ਕੰਮ ਹੈ ਲੌਜੀਕਲ ਔਰ ਮੈਥਮੈਟੀਕਲ ਕੰਮ ਜਿਹੜਾ ਹੈ ਇਹ ਅਰਿਥਮੈਟਿਕ ਲੌਜਿਕ ਯੂਨਿਟ ਦੇ ਵਿੱਚ ਹੁੰਦਾ ਹੈ। ਲੇਕਿਨ ਇਹਨਾਂ ਨੇ ਕੀ ਕੀਤਾ, ਥੋੜੀ ਚਲਾਕੀ ਕੀਤੀ ਹੈ, ਸਾਨੂੰ ALU ਦੀ ਆਪਸ਼ਨ ਹੀ ਨਹੀਂ ਦਿੱਤੀ। ਕੰਪਿਊਟਰ ਦੇ ਵਿੱਚ ਜਿਹੜਾ CPU ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਇਹਦਾ ਇੱਕ ਪਾਰਟ ਹੈ ਕੰਟਰੋਲ ਯੂਨਿਟ ਔਰ ਇਹਦਾ ਦੂਸਰਾ ਪਾਰਟ ਹੈ ਅਰਿਥਮੈਟਿਕ ਲੌਜਿਕ ਯੂਨਿਟ। ਅੰਡਰਸਟੈਂਡ ਸਿਰਫ ਇਹ ਕਰਨਾ ਹੈ ਕਿ ਅਰਿਥਮੈਟਿਕ ਲੌਜਿਕ ਯੂਨਿਟ ਦਾ ਕੰਮ ਕੀ ਹੈ, ਲੌਜੀਕਲ ਔਰ ਮੈਥਮੈਟੀਕਲ ਕੈਲਕੂਲੇਸ਼ਨਸ ਨੂੰ ਪਰਫਾਰਮ ਕਰਨਾ, ਜਦੋਂ ਕਿ ਸੈਂਟਰਲ ਕੰਟਰੋਲ ਯੂਨਿਟ ਦਾ ਕੰਮ ਇਹ ਹੈ ਡਾਟਾ ਨੂੰ ਇੱਧਰ ਤੋਂ ਇੱਧਰ ਲੈ ਕੇ ਜਾਣਾ, ਸਿਰਫ ਡਾਟਾ ਦੀ ਮੂਵਮੈਂਟ ਕਰਨੀ। ਉਹ ਲੌਜੀਕਲ ਕੰਮ ਕਰਨ ਵਾਸਤੇ ਉਹ ਚੀਜ਼ ਚੂਜ਼ ਨਹੀਂ ਕਰ ਸਕਦੇ। ਸੋ ਇਸ ਕੇਸ ਦੇ ਵਿੱਚ ਆਨਸਰ ਸਾਡਾ ਬਣਦਾ ਹੈ C, central processing unit, because ALU is part of this central processing unit. So जिन्हों ने C टिक किया है उन्हों का आंसर करेक्ट है। Which of the following is not one of the 4 major data processing functions of the computer? Data processing ਦੇ ਵਿੱਚ ਜਿਹੜੇ 4 ਮੇਜਰ ਚੀਜ਼ਾਂ ਹੈ ਉਹਨਾਂ ਚੋਂ ਕਿਹੜੀ ਚੀਜ਼ ਨਹੀਂ ਹੈ? ਪਹਿਲੀ ਹੈ gathering of data, processing data into the information, which is correct। ਇਹ मतलब ਜਿਹੜਾ ਇਹਨਾਂ ਨੇ ਕਿਹਾ ਵੀ ਨਹੀਂ ਹੈ, ਸੋ ਆਨਸਰ ਸਾਡਾ ਕੁਝ ਹੋਰ ਬਣੇਗਾ, ਬਟ ਇਹ ਤਾਂ ਹੈ processing data to information ਹੁੰਦਾ ਹੈ, analyzing data or the information ਇਹ ਵੀ ਹੁੰਦਾ ਹੈ, storing the data or the information ਇਹ ਵੀ ਹੁੰਦਾ ਹੈ, ਕਿਉਂਕਿ ਆਪਾਂ ਪਹਿਲਾਂ ਡਾਟਾ ਸਟੋਰ ਕਰਦੇ ਹਾਂ। ਜਿਹੜਾ ਡਾਟਾ ਗੈਦਰ ਕਰਨਾ ਹੈ that is not the part of the processing। so ਇੱਥੇ ਕਿਉਂਕਿ ਆਨਸਰ ਕੁਐਸਚਨ ਦੇ ਵਿੱਚ ਸੀਗਾ ਕਿ not is the part of the data processing functions, so ਇੱਥੇ ਸਾਡਾ ਆਨਸਰ ਕੀ ਬਣਦਾ ਹੈ A। next question, delete key is used to delete the characters to the dash of the cursor, left, right, both ਜਾਂ center। ਹੁਣ ਦੋ ਤਰ੍ਹਾਂ ਦੀ ਕੀਜ਼ ਹੈ ਸਾਡੇ ਕੋਲ, ਇੱਕ ਹੈਗੀ ਹੈ ਬੈਕ ਸਪੇਸ ਤੇ ਦੂਜੀ ਹੈ ਡਿਲੀਟ। ਜਦੋਂ ਅਸੀਂ ਫੋਰ ਐਗਜ਼ਾਮਪਲ ਇੱਥੇ ਮੈਂ ਕੁਝ ਵੀ ਲਿਖਿਆ ਹੋਇਆ, ਮੈਂ ਇੱਥੇ CBL ਲਿਖਿਆ, ਜੇ ਮੇਰਾ ਕਰਸਰ ਇੱਥੇ ਖੜਾ ਹੈ ਤੇ ਮੈਂ ਬੈਕ ਸਪੇਸ ਦਬਾਂਗਾ ਤੇ L ਰਿਮੂਵ ਹੋ ਜਾਏਗਾ। ਜੇ ਮੈਂ CBL ਤੋਂ ਅੱਗੇ ਲਰਨਿੰਗ ਲਿਖਿਆ ਫੋਰ ਐਗਜ਼ਾਮਪਲ, ਤਾਂ ਜਦੋਂ ਮੈਂ ਡਿਲੀਟ ਕੀ ਦਬਾਂਗਾ ਤਾਂ ਇਹ ਵਾਲਾ L ਜਾਏਗਾ, ਰਾਈਟ, ਤਾਂ ਇਹ ਸਾਡੀ ਰਾਈਟ ਸਾਈਡ ਹੋਈ। ਸੋ ਇੱਥੇ ਆਨਸਰ ਸਾਡਾ ਕੀ ਬਣੇਗਾ ਰਾਈਟ। ਜੇ ਇੱਥੇ ਬੈਕ ਸਪੇਸ ਆਂਦਾ ਤੇ ਸਾਡਾ ਆਨਸਰ ਬਣਦਾ ਲੈਫਟ। ਨੈਕਸਟ ਕੁਐਸਚਨ, ਐਨ ਈਮੇਲ ਅਕਾਊਂਟ ਇਨਕਲੂਡਸ ਅ ਸਟੋਰੇਜ ਏਰੀਆ ਆਫਨ ਕਾਲਡ। ਹੁਣ ਜਿਹੜਾ ਈਮੇਲ ਅਕਾਊਂਟ ਦੇ ਨਾਲ ਅਸੀਂ ਕੋਈ ਚੀਜ਼ ਨੂੰ ਅਟੈਚ ਕਰਦੇ ਆ, ਅਸੀਂ ਜਿੱਥੇ ਸਟੋਰ ਕਰਦੇ ਆ ਕੋਈ ਨਾ ਕੋਈ PDF ਫਾਈਲ ਹੋਗੀ, ਕੋਈ ਵਰਡ ਫਾਈਲ ਹੋਗੀ, ਕੋਈ ਹੋਰ ਤਰ੍ਹਾਂ ਦੀ ਫਾਈਲ ਹੋਗੀ, ਉਹ ਸਾਰੀ ਕੀ ਹੁੰਦੀ ਹੈ ਐਜ਼ ਅਟੈਚਮੈਂਟ ਜਾਂਦੀ ਹੈ। ਇੱਥੇ ਸਾਡਾ ਆਨਸਰ ਬਣਦਾ ਅਟੈਚਮੈਂਟ। ਇਟ ਇਜ਼ ਨਾਟ ਹਾਈਪਰਲਿੰਕ, ਨਾਟ ਮੇਲ ਬਾਕਸ ਔਰ ਨਾਟ ਦੀ IP ਐਡਰੈਸ। ਇਹ ਸਟੋਰੇਜ ਜਿਹੜੀ ਹੈ ਦਿਸ ਇਜ਼ ਇਨ ਫਾਰਮ ਆਫ ਦੀ ਅਟੈਚਮੈਂਟ। ਇਹ ਹੈ ਸਾਡਾ ਆਨਸਰ। Which key combination is used to insert a line break? ਹੁਣ MS Word ਦੀ ਗੱਲ ਹੋ ਰਹੀ ਹੈ। MS Word ਦੇ ਵਿੱਚ ਜਦੋਂ ਤੁਸੀਂ ਟਾਈਪ ਕਰ ਰਹੇ ਹੋ, ਤੁਸੀਂ ਇੱਕ ਲਾਈਨ ਦਾ ਬ੍ਰੇਕ ਦੇਣਾ ਚਾਹੁੰਦੇ ਹੋ, ਉਹਦਾ ਸ਼ਾਰਟਕਟ ਕੀ ਹੁੰਦਾ ਹੈ? ਸ਼ਿਫਟ ਐਂਟਰ, ਕੰਟਰੋਲ ਐਂਟਰ, ਆਲਟ ਐਂਟਰ ਜਾਂ ਫੰਕਸ਼ਨ ਐਂਟਰ। ਸੋ ਇੱਥੇ ਬਹੁਤ ਈਜ਼ੀ ਹੈ ਔਰ ਇਹ ਤੁਹਾਨੂੰ ਸ਼ਾਰਟਕਟਸ ਦੇ ਵਿੱਚ ਮੈਂ ਭੇਜਿਆ ਵੀ ਹੋਇਆ ਸੀਗਾ ਔਰ ਆਪਣੀ ਸ਼ਾਇਦ ਡਿਸਕਸ਼ਨ ਵੀ ਹੋਈ ਹੈ। ਆਨਸਰ ਵਾਜ਼ ਸ਼ਿਫਟ ਪਲੱਸ ਐਂਟਰ, ਕਿ ਸ਼ਿਫਟ ਔਰ ਐਂਟਰ ਦਬਾਓ, ਲਾਈਨ ਬ੍ਰੇਕ ਹੋ ਜਾਂਦੀ ਹੈ, ਰਾਈਟ। Next question, movement of signal between CPU and input output is controlled by। now ਹੁਣ ਤੁਸੀਂ ਧਿਆਨ ਦਿਓ, ਪਹਿਲਾ ਕੁਐਸਚਨ ਜਿਹੜਾ 66th ਕੁਐਸਚਨ ਸੀਗਾ ਸਾਡਾ, ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਸੀਗਾ ਕਿ ਲੌਜੀਕਲ ਔਰ ਮੈਥਮੈਟੀਕਲ ਪਾਰਟ ਨੂੰ ਸੋਲਵ ਕਰਨ ਵਾਸਤੇ ਕਿਹੜੀ ਚੀਜ਼ ਹੈ।
ਇੱਥੇ ਇਹਨਾਂ ਨੇ ਕੀ ਕੀਤਾ ਹੈ, ਮੂਵਮੈਂਟ ਆਫ ਸਿਗਨਲਸ, ਜਿੱਥੇ ਕਿ ਸਾਨੂੰ ਹੁਣ ਬਿਲਕੁਲ ਕਲੀਅਰ ਹੋ ਗਿਆ ਕਿ ਆਨਸਰ ਇਜ਼ ਕੰਟਰੋਲ ਯੂਨਿਟ, ਬਿਕਾਜ਼ ਕੰਟਰੋਲ ਯੂਨਿਟ ਦਾ ਕੰਮ ਹੀ ਹੈ ਸਿਗਨਲਸ ਨੂੰ ਲਿਆਉਣਾ ਤੇ ਲਿਜਾਣਾ, ਰਾਈਟ। ਅਰਿਥਮੈਟਿਕ ਲੌਜੀਕਲ ਯੂਨਿਟ ਦਾ ਉਹ ਵਾਲਾ 66 ਦੇ ਵਿੱਚ ਬੰਦਾ ਸੀਗਾ, ਬਟ ਉੱਥੇ ਉਹਨਾਂ ਨੇ ਦਿੱਤਾ ਨਹੀਂ। ਮੈਮਰੀ ਔਰ ਸੈਕੰਡਰੀ ਸਟੋਰੇਜ ਇਹਦੇ 'ਚ ਆਪਸ਼ਨ ਨਹੀਂ ਬੰਦੇ, ਠੀਕ ਹੈ। ਇੱਥੇ ਸਾਡਾ ਆਨਸਰ ਬੰਦਾ ਹੈ ਕੰਟਰੋਲ ਯੂਨਿਟ। What type of computer could be found in a digital watch? ਹੁਣ ਡਿਜੀਟਲ ਵਾਚ ਜਿਹੜੀ ਆਪਾਂ ਹੱਥ ਦੇ ਵਿੱਚ ਪਾਉਂਦੇ ਆ, ਇਹਦੇ 'ਚ ਕਿਸ ਤਰੀਕੇ ਦਾ ਕੰਪਿਊਟਰ ਹੋਏਗਾ? ਮੇਨ ਫਰੇਮ ਕੰਪਿਊਟਰ ਨਹੀਂ ਹੋ ਸਕਦਾ ਕਿਉਂਕਿ ਬਹੁਤ ਵੱਡੇ ਸਾਈਜ਼ ਦਾ ਹੈ। ਸੁਪਰ ਕੰਪਿਊਟਰ ਵੀ ਨਹੀਂ ਹੋ ਸਕਦਾ। ਐਮਬੈਡਡ ਹੋ ਸਕਦਾ ਹੈ ਜਾਂ ਨੋਟਬੁੱਕ ਹੋ ਸਕਦਾ ਹੈ, ਔਰ ਨੋਟਬੁੱਕ ਕਿਹੜਾ ਹੁੰਦਾ? ਸਾਡਾ ਲੈਪਟਾਪ ਕੰਪਿਊਟਰ ਹੁੰਦਾ ਹੈ। ਸੋ ਐਮਬੈਡਡ ਕੰਪਿਊਟਰ ਦਾ ਮਤਲਬ ਕਿ ਇੱਕ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਅਸੀਂ ਐਮਬੈਡ ਕਰ ਦਿੰਦੇ ਆ, ਮੰਨ ਲਓ ਇਹ ਪੈਨ ਹੈ, ਇਹਦੇ ਵਿੱਚ ਹੀ ਮੈਂ ਕੁਝ ਚੀਜ਼ ਐਮਬੈਡ ਕਰ ਦਿੱਤੀ। ਐਮਬੈਡ ਕਰਨ ਦਾ ਮਤਲਬ ਉਹਦੇ ਵਿੱਚ ਪਾ ਦਿੱਤੀ। ਤਾਂ ਜਿੰਨੀ ਘੜੀ ਹੈ, ਘੜੀ ਦੇ ਵਿੱਚ ਜੇ ਕੰਪਿਊਟਰ ਪਾ ਦਿੱਤਾ, that means that is embedded computer। ਸੋ ਸਾਡੇ 72nd ਕੁਐਸਚਨ ਦਾ ਆਨਸਰ ਸੀ C। Which type of memory is in pen drive? ਹੁਣ ਪੈਨ ਡਰਾਈਵ ਇੱਕ ਐਕਸਟਰਨਲ ਡਿਵਾਈਸ ਹੈ, ਛੋਟੀ ਜਿਹੀ ਡਿਵਾਈਸ ਹੈ ਜਿਹੜੀ ਕਿ USB ਨਾਲ ਲੱਗੀ ਹੁੰਦੀ ਹੈ। ਉਹਦੇ ਵਿੱਚ ਅਸੀਂ ਡਾਟਾ ਟ੍ਰਾਂਸਫਰ ਕਰਦੇ ਹਾਂ ਔਰ ਕਿਤੇ ਵੀ ਲੈ ਕੇ ਜਾ ਸਕਦੇ ਹਾਂ, ਠੀਕ ਹੈ। ਦੈਟ ਇਜ਼ ਅ ਪੋਰਟੇਬਲ ਡਿਵਾਈਸ। ਰੈਮ ਨਹੀਂ ਹੋ ਸਕਦੀ, EPROM ਨਹੀਂ ਹੋ ਸਕਦਾ, ਕੈਸ਼ ਮੈਮਰੀ ਨਹੀਂ ਹੋ ਸਕਦੀ। ਸੋ ਇੱਥੇ ਆਨਸਰ ਸਾਡਾ ਕੀ ਬਣਦਾ ਹੈ? ਫਲੈਸ਼ ਮੈਮਰੀ, ਠੀਕ। The process of transferring information from the computer into server on the internet is called। ਹੁਣ ਦੇਖੋ ਇੱਕ ਮੈਕੈਨਿਜ਼ਮ ਹੈ ਕਿ ਤੁਸੀਂ ਕਿਸੇ ਵੈਬਸਾਈਟ ਦੇ ਉੱਤੇ ਗਏ, ਉਸ ਵੈਬਸਾਈਟ ਦੇ ਉੱਤੇ ਤੁਸੀਂ ਕਲਿੱਕ ਕਰਕੇ ਕੋਈ ਚੀਜ਼ ਡਾਊਨਲੋਡ ਕੀਤੀ। ਜਦੋਂ ਅਸੀਂ ਇੱਕ ਸਰਵਰ ਤੋਂ, ਤੁਹਾਡੀ ਜਿਹੜੀ ਮਸ਼ੀਨ ਹੈ ਦੈਟ ਇਜ਼ ਕਾਲਡ ਕਲਾਇੰਟ ਮਸ਼ੀਨ, ਜਦੋਂ ਅਸੀਂ ਡਾਟਾ ਉਧਰੋਂ ਦੀ ਇੱਥੇ ਆਪਣੀ ਮਸ਼ੀਨ ਦੇ ਉੱਤੇ ਲੈ ਕੇ ਆਉਂਦੇ ਆ, ਦਿਸ ਇਜ਼ ਕਾਲਡ ਡਾਊਨਲੋਡ। ਔਰ ਜਦੋਂ ਅਸੀਂ ਕਲਾਇੰਟ ਮਸ਼ੀਨ ਤੋਂ ਡਾਟਾ ਸਰਵਰ ਦੇ ਵਿੱਚ ਲੈ ਕੇ ਜਾਂਦੇ ਆ, ਦੈਨ ਵੀ ਕਾਲ ਇਟ ਅਪਲੋਡ। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਤੁਸੀਂ ਚੀਜ਼ਾਂ ਅਪਲੋਡ ਡਾਊਨਲੋਡ ਕਰਦੇ ਰਹਿੰਦੇ ਹੋ। ਸੋ ਇੱਥੇ ਪ੍ਰੋਸੈਸ ਆਫ ਟ੍ਰਾਂਸਫਰਿੰਗ ਇਨਫੋਰਮੇਸ਼ਨ ਫਰੋਮ ਕੰਪਿਊਟਰ ਇਨਟੂ ਸਰਵਰ ਔਨ ਇੰਟਰਨੈਟ ਇਜ਼ ਕਾਲਡ ਅਪਲੋਡਿੰਗ, ਠੀਕ। ਡਾਕਟਰ ਸੋਲੋਮਨ ਐਂਡ ਮੈਕੈਫੀ ਆਰ ਪੋਪੂਲਰ। ਵਾਇਰਸ ਤਾਂ ਹੋ ਹੀ ਨਹੀਂ ਸਕਦੇ। ਆਪਰੇਟਿੰਗ ਸਿਸਟਮ ਆਪਾਂ ਇਦਾਂ ਦਾ ਕਦੇ ਸੁਣਿਆ ਹੀ ਨਹੀਂ, ਇਹ ਵੀ ਕੋਈ ਨਾਮ ਨਹੀਂ ਹੈ। ਸੋ ਥੀਸ ਆਰ ਐਂਟੀ ਵਾਇਰਸਿਸ, ਠੀਕ ਹੈ ਜੀ। ਸੋ 75th ਕੁਐਸਚਨ ਦਾ ਆਨਸਰ ਸੀ D। ਮਲਟੀਮੀਡੀਆ ਸਟਿਮੂਲੇਟਸ all the following except। ਮਲਟੀਮੀਡੀਆ ਦਾ ਨਾਮ ਜਿੱਥੇ ਆਉਂਦਾ ਹੈ, ਮਲਟੀਮੀਡੀਆ ਮਤਲਬ ਦੇਖਣ ਔਰ ਸੁਣਨ ਵਾਲੀ ਚੀਜ਼। ਸੋ ਸੁਣਨ ਵਾਲੀ ਆ ਗਈ ਸਾਊਂਡ, ਦੇਖਣ ਵਾਲੀ ਆ ਗਈ ਸਾਈਟ ਔਰ ਇਮੇजेस। ਇਹਦੇ 'ਚ ਜਿਹੜੀ ਚੀਜ਼ ਨਹੀਂ ਇੰਕਲੂਡ ਹੁੰਦੀ ਦੈਟ ਇਜ਼ ਜਸਟ ਮੈਮਰੀ ਪਾਰਟ। ਸੋ ਬੇਸਿਕਲੀ ਸਾਡਾ ਆਨਸਰ ਬਣਦਾ ਹੈ A। ਇਹ ਤਿੰਨੋਂ ਹੀ ਆਨਸਰ ਨਹੀਂ ਬਣਦੇ, ਰਾਈਟ। A word in a web page that when clicked opens the another document। ਕੁਐਸਚਨ ਕੀ ਕਹਿਣਾ ਚਾਹ ਰਿਹਾ ਹੈ ਕਿ ਇੱਕ ਡਾਕੂਮੈਂਟ ਤੁਸੀਂ ਖੋਲ ਕੇ ਬੈਠੇ ਹੋਏ ਹੋ, ਉਹਦੇ ਵਿੱਚ ਕੋਈ ਵਰਡ ਆਇਆ ਹੈ, ਫੋਰ ਐਗਜ਼ਾਮਪਲ CBL। ਇਹਨੂੰ ਕਲਿੱਕ ਕਰਨ ਦੇ ਉੱਤੇ, ਹੁਣ ਇਹ ਤਾਂ ਇੱਕ ਪੇਜ ਦੇ ਉੱਤੇ ਹੈ, ਇਹਨੂੰ ਕਲਿੱਕ ਕਰਨ ਦੇ ਉੱਤੇ ਜੇ ਮੈਂ ਇੱਕ ਹੋਰ ਵੈਬ ਪੇਜ ਦੇ ਉੱਤੇ ਆ ਜਾਵਾਂ ਜਿਹਦੇ ਵਿੱਚ CBL ਦੀ ਪੂਰੀ ਡਿਟੇਲ ਆ ਰਹੀ ਹੋਏ, ਜਸਟ ਔਨ ਦਾ ਕਲਿੱਕ, ਇਸ ਨੂੰ ਅਸੀਂ ਕੀ ਕਹਿੰਦੇ ਆ? ਹਾਈਪਰਲਿੰਕ, ਰਾਈਟ। ਸੋ ਸਾਡੇ ਕੋਲ ਆਪਸ਼ਨ ਹੈਗੀ ਹੈ ਹਾਈਪਰਲਿੰਕ, ਰਾਈਟ। ਨੈਕਸਟ, in MS Word superscript, subscript and strike through are known as। ਸੁਪਰਸਕ੍ਰਿਪਟ ਆ ਜੇ, ਸਬਸਕ੍ਰਿਪਟ ਆ ਜੇ, ਸਟ੍ਰਾਈਕ ਥਰੂ ਕੀ ਹੁੰਦਾ? ਉਹਦੇ ਵਿੱਚੋਂ ਦੀ ਨਾਮ ਦੇ ਵਿੱਚੋਂ ਦੀ ਲਾਈਨ ਕੱਟ ਜਾਂਦੀ ਹੈ। ਇਹ ਸਾਡੇ ਕੀ ਹੈਗੇ? ਇਫੈਕਟਸ ਹੈ। ਅਸੀਂ ਜੋ ਵੀ ਕੁਝ ਲਿਖਿਆ ਹੈ ਉਹਦੇ ਉੱਤੇ ਅਸੀਂ ਇਫੈਕਟ ਲਗਾਉਣਾ ਚਾਹ ਰਹੇ ਹਾਂ। ਸੋ ਇੱਥੇ ਆਨਸਰ ਕੀ ਬਣਦਾ ਸਾਡਾ? D, font effects। Which function will be used to enter the current time in the worksheet cell? ਸਿਰਫ ਇਹੀ ਕੁਐਸਚਨ ਸੀਗਾ ਜਿਹੜਾ ਮੈਨੂੰ ਲੱਗਦਾ ਕਿਸੇ ਬੱਚੇ ਦਾ ਠੀਕ ਨਹੀਂ ਹੋਇਆ ਹੋਣਾ, ਕਿਉਂਕਿ ਇੱਥੇ ਕਰੰਟ ਟਾਈਮ ਦੇਖ ਕੇ ਬੱਚਿਆਂ ਦਾ ਮਨ ਲਲਚਾਇਆ ਜਾਂ ਤਾਂ ਕਰੰਟ ਟਾਈਮ ਤੇ ਜਾਂ ਫਿਰ ਟਾਈਮ ਤੇ, ਕਿਉਂਕਿ ਬੱਚਿਆਂ ਨੂੰ ਪਤਾ ਸੀਗਾ ਕਿ ਫੰਕਸ਼ਨ ਜਿਹੜਾ ਹੈ ਉਹ ਉਦੋਂ ਹੀ ਹੁੰਦਾ ਜਦੋਂ ਉਹਦੇ ਅੱਗੇ ਪੈਰੈਂਥੇਸਿਸ ਲੱਗ ਜਾਂਦੇ ਆ। ਸੋ ਬੱਚਿਆਂ ਨੇ ਇੱਥੇ ਤੱਕ ਕਾਟਾ ਮਾਰਤਾ।
ਲੇਕਿਨ ਇਹਨਾਂ ਦੋਨਾਂ 'ਚ ਕਨਫਿਊਜ਼ ਹੋ ਗਏ। ਨਾਓ ਦੇ ਬਾਰੇ ਕਿਸੇ ਨੇ ਸੋਚਿਆ ਹੀ ਨਹੀਂ ਕਿ ਨਾਓ ਵੀ ਇਹਦੀ ਆਪਸ਼ਨ ਬਣ ਸਕਦੀ ਹੈ। ਜੇ ਮੋਸਟਲੀ ਬੱਚਿਆਂ ਦਾ ਕੁਐਸਚਨ ਜਿਹੜਾ ਨਹੀਂ ਹੋਇਆ, ਜੇ ਤੁਹਾਡਾ ਲੋਕਾਂ ਦਾ ਕਿਸੇ ਦਾ ਨਹੀਂ ਹੋਇਆ ਤਾਂ ਸ਼ਾਇਦ ਇਹੀ ਫਸਿਆ ਹੋਏਗਾ, ਪਰ ਇਹਦਾ ਆਨਸਰ ਸੀਗਾ ਨਾਓ। ਸਭ ਤੋਂ ਪਹਿਲਾਂ ਇਕੁਅਲ ਟੂ ਲੱਗਣਾ ਜ਼ਰੂਰੀ ਹੈ। ਹਮੇਸ਼ਾ ਇੱਕ ਚੀਜ਼ ਯਾਦ ਰੱਖੋ, ਇਹਨਾਂ ਨੇ ਬਹੁਤ ਈਜ਼ੀ ਦੱਸਿਆ ਹੋਇਆ ਸੀਗਾ। ਕਦੇ ਵੀ ਐਕਸਲ ਦੇ ਵਿੱਚ ਜਦੋਂ ਤੁਸੀਂ ਕੰਮ ਕਰਦੇ ਹੋ, ਫਿਊਚਰ ਦੇ ਵਿੱਚ ਵੀ ਤੁਸੀਂ ਧਿਆਨ ਰੱਖਣਾ, ਕਦੇ ਵੀ ਕੋਈ ਐਂਟਰੈਂਸ ਐਗਜ਼ਾਮ ਦੇ ਰਹੇ ਹੋ, ਕੋਈ ਵੀ ਚੀਜ਼ ਸਟਾਰਟ ਹੁੰਦੀ ਹੈ ਸਭ ਤੋਂ ਪਹਿਲਾਂ ਇਕੁਅਲ ਟੂ ਲੱਗਦਾ ਹੈ। ਇਕੁਅਲ ਟੂ ਤੋਂ ਬਿਨਾ ਨਾ ਪਲੱਸ ਹੁੰਦਾ ਨਾ ਮਾਈਨਸ ਹੁੰਦਾ, ਕੁਝ ਵੀ ਨਹੀਂ ਕਰ ਸਕਦੇ। ਸੋ ਉਹਨਾਂ ਨੇ ਬਹੁਤ ਹੀ ਸਿੰਪਲ ਰੱਖਿਆ ਹੋਇਆ ਸੀ, ਸਾਹਮਣੇ ਇਕੁਅਲ ਟੂ ਲਿਖਿਆ ਹੋਇਆ ਸੀਗਾ। ਤੁਹਾਨੂੰ ਹੋਰ ਕੁਝ ਸੋਚਣ ਦੀ ਜ਼ਰੂਰਤ ਹੀ ਨਹੀਂ ਸੀ, ਕਿਉਂਕਿ ਬਾਕੀ 3 ਆਪਸ਼ਨਸ ਦੇ ਵਿੱਚ ਇਕੁਅਲ ਟੂ ਕਿਤੇ ਵੀ ਨਹੀਂ ਸੀ ਆ ਰਿਹਾ, ਰਾਈਟ। ਸੋ ਬਹੁਤ ਈਜ਼ੀ ਸੀਗਾ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ। ਹੋਪਫੁਲੀ ਤੁਹਾਡੇ ਚੋਂ ਕਾਫੀ ਬੱਚਾ ਦਾ ਠੀਕ ਹੋਇਆ ਹੋਏ, ਬਟ ਜੇ ਕਿਸੇ ਦਾ ਗਲਤ ਹੋਇਆ ਤਾਂ ਪਲੀਜ਼ ਇਸ ਚੀਜ਼ ਦਾ ਅੱਗੇ ਤੋਂ ਧਿਆਨ ਰੱਖਣਾ ਆਪਾਂ। ਲਾਸਟ ਕੁਐਸਚਨ, ਵਿਚ ਸਾਈਨ ਇਜ਼ ਯੂਜ਼ਡ ਟੂ ਸਪੈਸੀਫਾਈ ਅ ਸੈਲ ਰੇਂਜ। ਹੁਣ ਮੇਰੇ ਕੋਲ ਰੋਜ਼ ਔਰ ਕਾਲਮਸ ਦੇ ਵਿੱਚ ਸੈਲਸ ਨਜ਼ਰ ਆਉਂਦੇ ਆ, ਰਾਈਟ। ਇਹ ਜਿਹੜੀ ਰੋ ਹੁੰਦੀ ਹੈ, ਦਿਸ ਇਜ਼ A, ਕਾਲਮ A, ਦੈਨ ਕਾਲਮ B, ਦੈਨ ਕਾਲਮ C, ਐਂਡ ਇੱਧਰ ਸਾਡੇ ਕੋਲ ਰੋਜ਼ ਹੁੰਦੀ ਹੈ, ਰਾਈਟ। एग्जाम्पल जे दे के देख रहे हैं ताकि तुहानू समझ लग जाए। जे मैं इस रो तो कमा A2 तो लैके मैं सिलेक्शन करना चाहना ये सारे एरिया दी, तो A2 तो लैके B4 तक है, तो मैं किवें लिखदा, विच कोलन पाना, राइट। सो इत्थे आंसर की सी साडा A। सो पेपर यही सी, बहुत आसान पेपर सीगा। जिन्हें थोड़ा जा भी टाइम लगाया है वो डेफिनेटली इस पेपर नूं कर सकदा सीगा। कोई एक अद्धा क्वेश्चन गलत हो गया होए कोई प्रॉब्लम नहीं है, जे छड़ भी दिता होए तां भी कोई गलत प्रॉब्लम नहीं है, ठीक है। होपफुली तुहाडे मार्क्स जिहड़े है बाकी चीज़ां भी कैरी करनगियां, ठीक है। कंप्यूटर्स दे विच आपां ने जिन्नी मेहनत कीती सी या बाकी सबजैक्ट्स दे विच भी मेहनत कीती है, असीं होप कर रहे हां कि साडे बच्चे बहुत वधिया मार्क्स लैके अगे निकलणगे, ठीक है जी। सो बेस्ट ऑफ लक फॉर ऑल दी एग्जाम्स ਜਿਹੜੇ ਕਿ ਫਿਊਚਰ ਦੇ ਵਿੱਚ ਵੀ ਹੋਣ ਵਾਲੇ ਹੈ। ਜਿਹੜੀ ਗਲਤੀਆਂ ਇੱਥੇ ਹੋਈਆਂ ਉਹਨਾਂ ਨੂੰ ਰਿਪੀਟ ਨਾ ਕਰਨਾ, ਉਹਦੇ ਉੱਤੇ ਹੋਰ ਮਿਹਨਤ ਕਰਨਾ। ਤੁਹਾਨੂੰ ਥੋੜਾ ਬਹੁਤ ਆਈਡੀਆ ਮਿਲ ਗਿਆ ਕਿ ਪੇਪਰ ਕਿਸ ਤਰੀਕੇ ਦਾ ਆ ਰਿਹਾ ਹੈ, ਠੀਕ ਹੈ ਜੀ। ਸੋ ਆਲ ਦ ਬੈਸਟ, ਥੈਂਕ ਯੂ ਵੈਰੀ ਮਚ। हेलो फ्रेंड्स, सत श्री अकाल, आदाब, नमस्ते। माय नेम इज़ दिग्विजय एंड वेलकम टू चेतन भारत लर्निंग। सो आई होप पटवारी का पेपर बहुत वधिया होया होना तुहाडा सब दा, है ना। सो वी आर हेयर टू डिस्कस नाउ द आंसर्स, ठीक है। तो असीं अज जिहड़े डिस्कस करांगे वो जिहड़े भी आंसर ने दैट आर रिलेटेड टू वट, दैट आर रिलेटेड टू जनरल नॉलेज दे जिन्ने भी क्वेश्चन आए सी वो असीं इस लैक्चर दे विच डिस्कस करांगे, ठीक है। सो बेस्ट ऑफ लक कि तुहाडा रिजल्ट वधिया आए, ठीक है। थिंक भी पॉजिटिव ही थिंक करना, जिन्हों के थोड़े बहुत आंसर गलत हो गए वो कोई गल नहीं, बाकियों के भी उदा ही होए होने, ठीक है। सो एनी हाउ लास्ट तुहाडी मेहनत ही शो की है। सो लेट्स बिगिन, है ना, विदाउट मच अडू लेट्स बिगिन, ठीक है। सो फर्स्ट क्वेश्चन की सीगा जनरल नॉलेज का, ये सीगा विच ग्रोथ स्टेज ऑफ शुगर केन इज़ क्रिटिकल फॉर इरीगेशन, ठीक है। मतलब कि इरीगेशन के टाइम जो शुगर केन होंदा है उन्होंने सब तो ज़्यादा पानी किस स्टेज पर चाहिए होंदा है, तो यदा आंसर सीगा C, फॉर्मेटिव स्टेज, ठीक है। फॉर्मेटिव स्टेज पर शुगर केन नूं सब तो ज़्यादा जरूरत होंदी है, ठीक है। नेक्स्ट इज विच वन ऑफ द फॉलोइंग क्रॉप रोटेशन इज द बेस्ट टू फॉर मेंटेनिंग सॉइल फर्टिलिटी, ठीक है। सॉइल फर्टिलिटी मेंटेन करने लई किस जिहड़ा हैगा क्रॉप नूं किस तरीके नाल लगाना चाहिए, ठीक है। इन्होंने ऑप्शन दिते सीगे मेज, तोरिया, वीट, पैडी, वीट, काउपी, ठीक है, पैडी, पोटैटो, ग्रीन ग्राम, सोयाबीन, वीट, ग्रीन ग्राम, ठीक है। तो इसका राइट आंसर की है, इसका राइट आंसर है ऑप्शन डी, सोयाबीन, वीट, ग्रीन ग्राम, ठीक है। नेक्स्ट क्वेश्चन की सीगा, नेक्स्ट क्वेश्चन सी, पिंक बॉल वॉर्म इज़ अ सीरीज ऑफ पेस्ट ऑफ, मतलब किनू भी बीमारी लगती है, किसे एक पेस्ट होंदा है, ठीक है। ऑप्शन सीगियां मस्टर्ड, कॉटन, ग्राम एंड लेडीज़ फिंगर, ठीक है। तो वो तुहानूं पता ही है, थोड़ा बहुत आइडिया भी लग गया होना इस तो, पिंक बॉल, राइट, है ना। तो वो करके इसका आंसर की होंदा है, करेक्ट आंसर इज कॉटन, ठीक है। दिस इज रिलेटेड टू वॉट, कॉटन, ठीक है। नेक्स्ट क्वेश्चन की है फर्स्ट एग्रीकल्चर यूनिवर्सिटी ऑफ इंडिया, ठीक है। हो सकता है कई बच्चों ने कंप्लेंट भी की भी ये बारे उन्होंने नहीं नॉलेज सी, कई क्वेश्चन ज़्यादा दे होंगे जो यूनिवर्सली भी नहीं पता होंगे, ठीक है। सो ऑप्शन की सीगे जवाहर नेहरू कृषि विश्वविद्यालय जबलपुर, पंजाब एग्रीकल्चर यूनिवर्सिटी लुधियाना, ठीक है, गोबिंद बल्लभ एग्रीकल्चर यूनिवर्सिटी, राजस्थान एग्रीकल्चर यूनिवर्सिटी बीकानेर, ठीक है। 4 ऑप्शन सीगियां, इन्हां विचों करैक्ट आंसर सीगा C, गोबिंद बल्लभगढ़ एग्रीकल्चर यूनिवर्सिटी, ठीक है। नेक्स्ट की है
ਨੈਕਸਟ ਇਜ਼ ਮੇਜ਼ ਤੋਰੀਆ ਵੀਟ ਮੂੰਗ ਰੋਟੇਸ਼ਨ ਇਜ਼ ਟਰਮਡ ਐਸ, ਠੀਕ ਹੈ। ਤੁਹਾਨੂੰ ਪਤਾ ਕ੍ਰੌਪਸ ਵੇਰੀ ਸੀਰੀਜ਼ ਦੇ ਵਿੱਚ ਲਾਈ ਜਾਂਦੀ ਹੈ ਇੱਕ ਤੋਂ ਬਾਅਦ ਇੱਕ, ਤੇ ਇਸ ਤਰ੍ਹਾਂ ਦੀ ਜਿਹੜੀ ਕ੍ਰੌਪਿੰਗ ਕਰਦੇ ਆ, ਇਸ ਤਰ੍ਹਾਂ ਦੀ ਫਾਰਮਿੰਗ ਕਰਦੇ ਆ, ਇਹਨੂੰ ਕੀ ਕਿਹਾ ਜਾਂਦਾ ਹੈ, ਠੀਕ ਹੈ। ਸੋ ਆਪਸ਼ਨ ਸੀ ਕਿ ਮਲਟੀਪਲ ਕ੍ਰੌਪਿੰਗ, ਮਿਕਸਡ ਕ੍ਰੌਪਿੰਗ, ਰਿਲੇ ਕ੍ਰੌਪਿੰਗ ਤੇ ਇੰਟਰ ਕ੍ਰੌਪਿੰਗ, ਠੀਕ ਹੈ। ਇਹਦਾ ਕਰੈਕਟ ਆਂਸਰ ਹੈ ਆਪਸ਼ਨ ਬੀ ਮਿਕਸਡ ਕ੍ਰੌਪਿੰਗ, ਠੀਕ ਹੈ। ਨੈਕਸਟ acid rain is caused by the emission of which gas into the atmosphere, ठीक है। ये भी easy question है, most of you us मतलब have read it in our previous classes, है ना। so options की सीगी नाइट्रोजन, आर्गन, कार्बन डाइऑक्साइड एंड सल्फर डाइऑक्साइड। so इधर राइट आंसर की है, इधर राइट आंसर है ऑप्शन डी सल्फर डाइऑक्साइड, ठीक है। नेक्स्ट इज सॉइल इन पंजाब इज डिवाइडेड इनटू हाउ मैनी टाइप्स, ठीक है। हाउ मैनी टाइप किन्ने टाइप के सॉइल पंजाब च मिलते हैं, ये आप किता भी अपने क्वेश्चन, ठीक है। ए हैगा 4, B 3, C 2 एंड D 5, ठीक है। तो इसका करैक्ट आंसर कि 3 टाइप के सॉइल मिलते हैं। अपनी जी क्वेश्चन सीरीज चल रही सी पंजाब की, वो सेम टू सेम इदा ही क्वेश्चन आया होया सी, ठीक है। नैक्सट इज डेजर्ट सॉइल इज फाउंड इन विच ऑफ द फॉलोइंग एरियाज ऑफ द रीजन, रीजन मीन्स पंजाब, ठीक है। ये है साउथ वेस्ट रीजन ऑफ पंजाब, ठीक है। फिर है सब माउंटेनियस रीजन, गुरदासपुर रीजन, ठीक है, ईस्टर्न पार्ट ऑफ संगरूर, ठीक है। इसका सिंपल आंसर है साउथ वेस्ट रीजन ऑफ पंजाब, ठीक है, इज अ डेजर्ट एरिया, ठीक है। नेक्स्ट इज विच ऑफ द फॉलोइंग इज नॉट अ पार्ट ऑफ द ग्रीन रेवोल्यूशन स्ट्रैटेजी, मतलब ग्रीन रेवोल्यूशन ਦੇ ਵਿੱਚ ਕਿਹੜੀ ਚੀਜ਼ ਦਾ ਪਾर्ट नहीं सी, ठीक है। नॉट इज इंपॉर्टेंट, ठीक है। फिर इरीगेशन ऑब्वियसली रिलेटेड सीगा, फर्टिलाइजर रिलेटेड सीगा, ठीक है। हाई यील्डिंग वैराइटीज ऑफ सीड्स दा अटमोस्ट इंपॉर्टेंट सीगा अपना ग्रीन रेवोल्यूशन। ਤੇ लास्ट किहदे बारे जिक्र नहीं होया सी, क्रॉप इंश्योरेंस। सो आंसर इज क्रॉप इंश्योरेंस, ठीक है। नेक्स्ट इज विच ऑफ द फॉलोइंग आर नॉट ग्रोन इन द खारिफ सीजनस, ठीक है। खारिफ सीजन ਦੇ ਵਿੱਚ ਕਿਹੜੀ ਚੀਜ਼ ਜਿਹੜੀ ਹੈ ਨਹੀਂ ਗਰੋ ਕੀਤੀ ਜਾਂਦੀ। ऑप्शन की सी बाजरा एंड राइस, बी मेज एंड ग्राउंडनट, सी बारले एंड मस्टर्ड, या डी कॉटन एंड पीस, ठीक है। सो सरों का हैगा जी वो खेती नहीं की जाती, ठीक है। सो द आंसर वाज ऑप्शन सी, ठीक है। जो एक भी तुहानूं बारले या मस्टर्ड विच पता होंदा तो यू वुड हैव अटैम्प्टेड इट गुड, ठीक है। आई होप किया भी होना बहुत बच्चों ने। एंड नेक्स्ट इज द कॉर्नरस्टोन ऑफ द फाउंडेशन ऑफ श्री हरमंदर साहब वॉज लेड बाय, ये आई होप हर पंजाबी नूं इहदा आंसर पता ही होएगा, ठीक है। ऑप्शन किसी की बुल्ले शाह, मियाँ मीर, वारिस शाह एंड सैयद अली, ठीक है। ये सारे क्वेश्चन भी बहुत बारे साडे पाए हुए ने पंजाब के क्वेश्चन ने। द आंसर इज बी मियाँ मीर, ठीक है। नैक्सट की है वॉट इज़ नोन एज ट्रायंगुलर रीजन बिटवीन द रिवर सतलुज एंड ब्यास, ठीक है। इन्हां दे एरिया दे विच की किया जाता है, ठीक है। ऑप्शन है माझा, मालवा, दोआबा एंड पोथोहार, ठीक है। इसका सिंपल आंसर की एनी रीजन बिटवीन 2 रिवर्स इज नोन एज दोआब, सो द आंसर इज दोआबा, ठीक है। वैसे भी जो नहीं पता हो तो इदा भी सोच के तुसीं अटैम्प्ट कर सकते हो, ठीक है। वॉट इज़ सगी फुल, ये तो गाना भी याद होना तुहानूं, कुड़ी नहीं सगी फुल वाली है कैंठे वाला। सो कैंठे वाला इज़ एन ऑर्नामेंट फॉर वॉट मैन एंड सगी फुल इज़ वॉट इज़ एन ऑर्नामेंट फॉर विमेन, ठीक है। सो फ्लावर, फोक सॉन्ग, ऑर्नामेंट, अ म्यूजिकल इंस्ट्रूमेंट, साढ़े को 4 ऑप्शन सीगियां एंड द राइट आंसर इज एन ऑर्नामेंट, ठीक है। नैक्सट क्वेश्चन किया हु इज़ द पाइनियर ऑफ पंजाबी सूबा मूवमेंट, ठीक है। ये भी आप अपने क्वेश्चन कवर किया होया है ना। सो द ऑप्शंस वर मास्टर तारा सिंह, मास्टर जोरा सिंह, मास्टर अकेश एंड मास्टर मोहन, ठीक है। ये करेक्ट आंसर सीगा ऑप्शन ए मास्टर तारा सिंह, ठीक है। नैक्सट देखते हैं विच ऑफ द फॉलोइंग ऑर्गेनाइजेशन भगत सिंह वॉज एसोसीएटेड, ठीक है। कई बच्चों को ये नहीं पता सीगा भगत सिंह वॉज ऑल्सो एसोसीएटेड विद नौजवान भारत सभा, ठीक है। सो ये तो पीपल वर श्योर है ना, बट कई बच्चों ने एदा नहीं पता सीगा। सो एदा की आंसर सीगा 3 ऑप्शन सीगा इंडियन नेशनल कांग्रेस, नौजवान भारत सभा, HSRA, ठीक है। सो डी ऑप्शन सीगी बोथ बी एंड सी। सो इहदा करेक्ट आंसर की सीगा, इहदा आंसर सीगा डी बोथ बी एंड सी, ठीक है। नैक्सट है विच ऑफ द फॉलोइंग इज नॉट द फोक गेम ऑफ पंजाब, ठीक है। फोक गेम ऑफ पंजाब केड़ी नहीं है ये, ठीक है। जंड खरंड, थाल, बिलियां दी माँ, ठीक है, बिल बच्चियां दी माँ, ठीक है। एंड द सी ऑप्शन इज पौंची। सो पौंची इज नॉट अमंगस्ट दीज, बाकी जेडे हैगे ने 2000 वॉट 2000 द फोक गेम ऑफ पंजाब, ठीक है। नैक्सट ऑप्शन नैक्सट की है साडे को क्वेश्चन विच प्लेस इज़ नोन एज द मक्का ऑफ इंडियन हॉकी, मतलब कि हॉकी के जिन्ने भी प्लेयर्स ने वध तो वध इस एरिया तो आते हैं, ठीक है। ए की ऑप्शन सी संसारपुर, बी नवांशहर, सी सुल्तानपुर और डी सुजनपुर। इसका सिंपल आंसर सीगा ए संसारपुर, ठीक है। नेक्स्ट क्वेश्चन की हैगा नैक्सट इज हु वॉज रिस्पॉन्सिबल फॉर जलियांवाला बाग ट्रेजेडी। ये भी जिन्होंने मूवी देखी होनी भगत सिंह कोई भी देखी होनी, ठीक है, अजय देवगन की होवे होर कोई मूवी होवे उन्होंने सिंपल मिल जाएगा आंसर की है जनरल डायर। जनरल डायर वॉज रिस्पॉन्सिबल फॉर द ट्रेजेडी एट जलियांवाला बाग। नैक्सट इज द टाइटल खुशवंत सिंह ऑटोबायोग्राफी, मतलब आप लिखी हुई बायोग्राफी। नॉट अ नाइस मैन टू नो, वुमेन एंड मैन इन माई लाइफ, डेथ एट माई डोर स्टेप, या ऑप्शन डी सी ट्रुथ लव एंड अ लिटिल माई लाइस, ठीक है। इसका भी आंसर
ਜੇ ਤੁਸੀਂ ਪੰਜਾਬ ਦੀ ਕੋਈ ਵੀ ਬੁੱਕ ਜਾਂ ਸਾਡੇ ਕੋਈ ਵੀ ਨੋਟਸ ਪੜ੍ਹੇ ਹੁੰਦੇ ਤੇ ਇਹਦੇ ਵਿੱਚ ਕੀ ਸੀਗਾ, ਟਰੁਥ ਲਵ ਐਂਡ ਲਿਟਲ ਮਿਲਾਈਸ ਵਾਸ ਦਾ ਆਂਸਰ ਆਫ ਖੁਸ਼ਵੰਤ ਸਿੰਘ's ਆਟੋਬਾਇਓਗ੍ਰਾਫੀ। ਠੀਕ ਹੈ, ਨੈਕਸਟ ਇਜ਼ ਮਸਨ ਸਿਸਟਮ that is to collect money for religious purposes was started by which guru? A ਗੁਰੂ ਰਾਮਦਾਸ ਜੀ, B ਗੁਰੂ ਨਾਨਕ ਦੇਵ ਜੀ, C ਗੁਰੂ ਅੰਗਦ ਦੇਵ ਜੀ ਜਾਂ D ਗੁਰੂ ਅਮਰਦਾਸ ਜੀ। ਸੋ ਇਹਦਾ ਆਨਸਰ ਸੀਗਾ A ਗੁਰੂ ਰਾਮਦਾਸ ਜੀ। ਇਹ ਵੀ ਆਪਾਂ ਆਪਣੇ ਜਿਹੜੇ ਸੀਰੀਜ਼ ਚੱਲ ਰਹੀ ਸੀਗੀ ਪੰਜਾਬ ਦੀ ਉਹਦੇ ਵਿੱਚ ਕਵਰ ਕੀਤਾ ਸੀ। ਨੈਕਸਟ ਇਜ਼ who is the first law officer of government of India? ਵੈਰੀ ਕਲੀਅਰ, ਤੁਹਾਨੂੰ ਪਤਾ ਇਹ ਪੋਲਿਟੀ ਵਿੱਚੋਂ ਕੁਐਸਚਨ ਆਇਆ। ਲੈਟਸ ਸੀ ਆਪਸ਼ਨ ਕੀ, ਚੀਫ ਜਸਟਿਸ ਦਾ ਜਸਟਿਸ ਹੁੰਦਾ ਹੈ, ਲਾਅ ਸੈਕਟਰੀ ਅਲੱਗ ਚੀਜ਼ ਹੁੰਦੀ ਹੈ, ਸੋਲਿਸਿਟਰ ਜਨਰਲ ਆਫ ਇੰਡੀਆ ਇਜ਼ ਅੰਡਰ ਦਾ ਅਟਾਰਨੀ ਜਨਰਲ ਆਫ ਇੰਡੀਆ, ਅਟਾਰਨੀ ਐਂਡ ਦੈਨ ਅਟਾਰਨੀ ਜਨਰਲ ਆਫ ਇੰਡੀਆ। ਸੋ ਲਾਅ ਆਫਿਸਰ ਗਵਰਨਮੈਂਟ ਦਾ ਕੌਣ ਹੋਏਗਾ? ਗਵਰਨਮੈਂਟ ਦਾ ਤਾਂ ਗਵਰਨਮੈਂਟ ਆਫ ਇੰਡੀਆ ਦਾ ਹੋ ਗਿਆ, ਤੇ ਲਾਅ ਆਫਿਸਰ ਕੌਣ ਹੋਏਗਾ? ਅਟਾਰਨੀ ਜਨਰਲ ਆਫ ਇੰਡੀਆ। Next is which of the following is not a major greenhouse gas? Not a major greenhouse gas ਕਿਹੜੀ ਹੈਗੀ? Not, ਠੀਕ ਹੈ। ਆਪਸ਼ਨ ਕੀ ਸੀਗੇ? ਓਜ਼ੋਨ, ਵਾਟਰ ਵੇਪਰ, ਮੀਥੇਨ, ਕਾਰਬਨ ਡਾਈਆਕਸਾਈਡ। ਇਹ ਤਾਂ ਗ੍ਰੀਨ ਹਾਊਸ ਗੈਸਿਸ ਹੈਗੀਆਂ ਹੀ ਨੇ। ਆਨਸਰ ਕੀ ਸੀਗਾ? O3 ਓਜ਼ੋਨ। ਠੀਕ ਹੈ, ਨੈਕਸਟ ਹੈ ਲਾਈਵ ਬਰਥਸ ਪਰ 100 ਪੋਪੂਲੇਸ਼ਨ ਪਰ ਈਅਰ ਇਜ਼ ਨੋਨ ਐਜ਼। ਡੈਫੀਨੇਸ਼ਨ ਹੀ ਪੁੱਛ ਲਈ ਹੈ ਵੀ ਇਹ ਡੈਫੀਨੇਸ਼ਨ ਕਿਸ ਚੀਜ਼ ਦੀ ਹੈਗੀ ਹੈ? ਲਾਈਵ ਬਰਥ ਰੇਟ, ਕਰੂਡ ਬਰਥ ਰੇਟ ਜਾਂ ਨਿਊ ਪੋਪੂਲੇਸ਼ਨ ਰੇਟ। ਇਹਦਾ ਸਿੰਪਲ ਆਨਸਰ ਸੀਗਾ ਬਰਥ ਰੇਟ। ਠੀਕ ਹੈ, ਬਰਥ ਰੇਟ ਦਾ ਹੀ ਇਹਦਾ ਆਨਸਰ ਸੀਗਾ ਆਪਸ਼ਨ B। ਠੀਕ ਹੈ, ਨੈਕਸਟ ਕੀ ਹੈਗਾ? ਆਸ਼ਾ ਇਜ਼ ਐਨ ਐਬਰੀਵੇਸ਼ਨ ਫॉर। ਆਸ਼ਾ ਐਬਰੀਵੇਸ਼ਨ ਡਿਨੋਟਸ ਵਾਟ? ਐਸੋਸੀਏਸ਼ਨ ਆਫ ਸਾਇੰਟਿਫਿਕ ਹੈਲਥ ਐਕਟਿਵਿਸਟਸ, ਐਸੋਸੀਏਸ਼ਨ ਆਫ ਸੋਸ਼ਲ ਹੈਲਥ ਐਕਟਿਵਿਸਟ, ਐਕ੍ਰੈਡਿਟਡ ਸੋਸ਼ਲ ਹੈਲਥ ਐਕਟਿਵਿਸਟਸ ਜਾਂ ਐਕ੍ਰੈਡਿਟਡ ਸੋਸ਼ਲ ਹੈਲਥ ਐਸੋਸੀਏਸ਼ਨ। ਇਹ ਬਹੁਤ ਮਾਈਨਰ ਜਿਹਾ ਡਿਫਰੈਂਸ ਹੈ ਸਾਰੀ ਆਪਸ਼ਨ ਦੇ ਵਿੱਚ। ਹੋ ਸਕਦਾ ਕੁਝ ਬੱਚੇ ਕਨਫਿਊਜ਼ ਵੀ ਹੋ ਗਏ ਹੋਣੇ। ਸੋ ਇਹਦਾ ਕਰੈਕਟ ਆਨਸਰ ਇਜ਼ ਆਪਸ਼ਨ D, ਐਕ੍ਰੈਡਿਟਡ ਸੋਸ਼ਲ ਹੈਲਥ ਐਸੋਸੀਏਸ਼ਨ। ਨੈਕਸਟ ਕੀ ਹੈ? ਵਿਚ ਆਫ ਦ ਫੋਲੋਇੰਗ ਡਜ਼ ਨਾਟ ਕੁਆਲੀਫਾਈ ਫॉर curtailing the freedom of speech and expression of the Indian Constitution? ਠੀਕ ਹੈ, ਉਹਦਾ ਆਨਸਰ ਹੈ ਆਪਸ਼ਨਸ ਨੇ A ਸਿਕਿਉਰਿਟੀ ਆਫ ਦ ਸਟੇਟ, ਪਬਲਿਕ ਆਰਡਰ, ਡੀਸੈਂਸੀ ਐਂਡ ਮੋਰੈਲਿਟੀ, C ਡਿਮਾਂਡ ਫॉर ਆਟੋਨੋਮੀ ਜਾਂ D ਕੰਟੈਂਪਟ ਆਫ ਕੋਰਟ। ਠੀਕ ਹੈ, ਇਹਦਾ ਕੀ ਆਨਸਰ ਹੈ? ਇਹਦਾ ਆਨਸਰ ਸੀਗਾ C ਡਿਮਾਂਡ ਫॉर ਆਟੋਨੋਮੀ। ਠੀਕ ਹੈ, ਆਟੋਨੋਮੀ ਦੀ ਡਿਮਾਂਡ ਕਰਨਾ। ਨੈਕਸਟ ਕਿਹੜਾ ਹੈਗਾ? ਨੈਕਸਟ ਕੁਐਸਚਨ ਹੈ ਵੈਨ ਇਜ਼ ਦ ਇੰਟਰਨੈਸ਼ਨਲ ਯੋਗਾ ਡੇ ਸੈਲੀਬ੍ਰੇਟਿਡ? ਠੀਕ ਹੈ, ਬਹੁਤ ਈਜ਼ੀ ਸੀਗਾ। ਠੀਕ ਹੈ, ਐਵਰੀਬਡੀ ਨੋਜ਼ ਹੈ ਨਾ, ਜਦੋਂ ਤੋਂ ਮੋਦੀ ਜੀ ਆਏ ਨੇ ਯੋਗਾ ਡੇ ਦੀ ਜਿਹੜਾ ਹੈਗਾ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ। ਸੋ ਆਪਸ਼ਨਸ ਕੀ ਸੀਗੀਆਂ? A ਜੂਨ 21, B ਮਾਰਚ 21, ਅਪ੍ਰੈਲ 22 ਜਾਂ ਮਈ 31। ਓਬਵੀਅਸਲੀ ਸਭ ਨੂੰ ਪਤਾ ਇਹਦਾ ਆਨਸਰ ਸੀਗਾ A ਜੂਨ 21। ਠੀਕ ਹੈ, ਨੈਕਸਟ ਆਪਸ਼ਨ ਵਿਚ ਬੈਟਲ ਐਸਟੈਬਲਿਸ਼ ਦ ਸੁਪਰੀਮੇਸੀ ਆਫ ਬ੍ਰਿਟਿਸ਼ ਇੰਡੀਆ? ਮਤਲਬ ਕਿ ਕੁਐਸਚਨ ਦਾ ਮਤਲਬ ਸੀਗਾ ਕਿਹੜੀ ਬੈਟਲ ਜਿੱਤਣ ਤੋਂ ਬਾਅਦ ਬ੍ਰਿਟਿਸ਼ ਜਿਹੜੇ ਹੈਗੇ ਨੇ ਉਹਨਾਂ ਦੀ ਸੁਪਰੀਮੇਸੀ ਹੋ ਗਈ, ਸੁਪਰੀਓਰਿਟੀ ਹੋ ਗਈ, ਉਹਨਾਂ ਨੇ ਹਰਾ ਕੇ ਉਹਨਾਂ ਦਾ ਇੱਕ ਨਾਮ ਬਣ ਗਿਆ, ਇੱਕ ਸਟੈਂਡਰਡ ਉਹਨਾਂ ਨੇ ਆਪਣਾ ਬਣਾ ਲਿਆ ਸੀਗਾ। ਸੋ ਆਪਸ਼ਨ ਇਜ਼ A ਬੈਟਲ ਆਫ ਪਲਾਸੀ, ਬੈਟਲ ਆਫ ਬੁਕਸਰ, ਠੀਕ ਹੈ, ਬੈਟਲ 3rd ਮੈਸੂਰ ਵਾਰ ਜਾਂ 4th ਮੈਸੂਰ ਵਾਰ। ਠੀਕ ਹੈ, ਇਹਦਾ ਸਿੰਪਲ ਆਨਸਰ ਸੀਗਾ, ਸਭ ਨੂੰ ਪਤਾ ਹੈ, ਬੈਟਲ ਆਫ ਪਲਾਸੀ 1757। ਠੀਕ ਹੈ, ਨੈਕਸਟ ਇਜ਼ ਦ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ, IRDA ਕੀ ਹੈਗਾ? ਠੀਕ ਹੈ, ਇਹ ਸਟੈਟਿਊਟਰੀ ਬੋਡੀ ਹੈ, ਮਤਲਬ ਲਾਅ ਦੇ ਹਿਸਾਬ ਨਾਲ ਬਣੀ ਹੈ, ਕੌਨਸਟੀਟਿਊਸ਼ਨਲ ਬੋਡੀ ਹੈ, ਕੌਨਸਟੀਟਿਊਸ਼ਨ ਜ਼ਿਕਰ ਹੈ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਜਾਂ ਇੱਕ ਐਡਵਾਈਜ਼ਰੀ ਬੋਡੀ ਹੈ। ਠੀਕ ਹੈ, ਸਿੰਪਲ ਹੈ, ਕੌਨਸਟੀਟਿਊਸ਼ਨਲ ਨਹੀਂ ਹੈਗੀ, ਨਾਨ ਗਵਰਨਮੈਂਟ ਵੀ ਨਹੀਂ ਹੈਗੀ। ਠੀਕ ਹੈ, ਐਡਵਾਈਜ਼ ਵੀ ਨਹੀਂ ਕਰਦੀ ਹੈ, ਰੈਗੂਲੇਸ਼ਨ ਕਰਦੀ ਹੈ। ਸੋ ਵਾਟ ਇਜ਼ ਦ ਆਨਸਰ? ਇਟ ਇਜ਼ ਅ ਸਟੈਟਿਊਟਰੀ ਬੋਡੀ ਮੇਡ ਬਾਈ ਅ ਲਾਅ। ਠੀਕ ਹੈ, ਨੈਕਸਟ ਇਜ਼ ਵਿਚ ਇੰਸਟੀਟਿਊਸ਼ਨ ਰਿਲੀਜ਼ਿਜ਼ ਦ ਇੰਡੀਅਨ ਇਨੋਵੇਸ਼ਨ ਇੰਡੈਕਸ? ਠੀਕ ਹੈ, ਆਪਸ਼ਨਸ ਕੀ ਸੀਗੀਆਂ? ਨੀਤੀ ਆਯੋਗ, CSIR, RBI ਐਂਡ ISRO। एवरीबडी नोज नीति आयोग इज रिलेटेड टू व्हाट? प्लानिंग एंड इंप्लीमेंटेशन, है ना, तरक्की करते इनोवेशन नाल रिलेटेड है। सो द आंसर की होएगा? ਇਹਦਾ आंसर ਸੀਗਾ A नीति आयोग। ठीक है, नेक्स्ट इज एक क्वेश्चन बहुत सिंपल है। ठीक है, आई होप वी हैव डन अ कंप्लीट लेक्चर ऑन दिस। तो ਇਹਦਾ ਤਾਂ ਤੁਹਾਨੂੰ ਪਤਾ ਹੀ ਹੋਏਗਾ। ਮਲੇਰਕੋਟਲਾ इज द डैश डिस्ट्रिक्ट ऑफ पंजाब? सिंपल आंसर इज 23rd डिस्ट्रिक्ट ऑफ पंजाब। ठीक है, what is the rank of India in doing business report 2030 after the update of the World Bank? इंडिया ਦਾ doing business report ਕੀ ਰੈਂਕ ਸੀਗਾ? ਇਹ ਵੀ ਆਪਾਂ ਡਿਸਕਸ ਕੀਤਾ ਸੀਗਾ। A 85, B 72, C 63 ਜਾਂ D 56। ਠੀਕ ਹੈ, ਇਹ ਥੋੜਾ ਜਿਹਾ ਜਿਹਨੂੰ ਨਹੀਂ ਯਾਦ ਹੋਏਗਾ ਜਾਂ ਜਿਹਨੂੰ ਕਨਫਿਊਜ਼ਨ ਹੋਏਗੀ ਉਹਨੂੰ ਹੋ ਸਕਦਾ, ਬਟ ਆਈ ਥਿੰਕ ਕਿ ਜਿੱਦਾਂ ਆਪਾਂ ਕੀਤਾ ਸੀਗਾ 63 ਦੇ ਵਿੱਚ ਹੀ ਰੈਂਕ ਹੈਗਾ ਇੰਡੀਆ ਦਾ। ਨੈਕਸਟ ਇਜ਼ which new definition was included in the motor vehicles amendment act? ठीक है, मैं इन्हू थोड़ा level of difficulty ਜਿਹੜਾ ਹੈਗਾ ਇਹਨੂੰ ਉਹਨਾਂ ਹਾਇਰ ਸਾਈਡ ਰੱਖੂੰਗਾ, ਵੀ ਬਿਟ ਹਾਇਰ ਇਹਦਾ ਸਾਈਡ ਸੀਗਾ। ਠੀਕ ਹੈ, ਆਪਸ਼ਨ ਕੀ ਸੀਗੀ? ਮੈਡੀਕਲ ਵਹੀਕਲਸ, ਐਗਰੀਗੇਟਰਸ, ਕਾਰਗੋ ਵਹੀਕਲਸ ਜਾਂ ਇਲੈਕਟ੍ਰਿਕ ਵਹੀਕਲਸ। ਠੀਕ ਹੈ, ਇਹਦਾ ਆਨਸਰ ਸੀਗਾ B ਐਗਰੀਗੇਟਰਸ। ਠੀਕ ਹੈ, नेक्स्ट क्वेश्चन इन इंडिया कोलिजियन सिस्टम वाज फर्स्ट इंट्रोड्यूस्ड इन रिलेशन टू व्हाट? ठीक है, ऑप्शन किसी के एग्जीक्यूटिव, लेजिस्लेटिव, जुडिशरी और यूनियन स्टेट रिलेशंस। ठीक है, मोस्ट ऑफ अस जेडे रेगुलरली न्यूज़ पढ़ते रहते हैं कोलिजियम सिस्टम के रिलेटेड कुछ ना कुछ अपडेट रहता है, एंड दैट इज रिलेटेड टू व्हाट? जुडिशरी। सो द आंसर वाज C जुडिशरी। ठीक है, नेक्स्ट
which university in India has been recognized by UNESCO as the World Cultural Heritage? ठीक है, ऑप्शंस की सीगियां A JNU दिल्ली, B पंजाब यूनिवर्सिटी, C नालंदा यूनिवर्सिटी या D यूनिवर्सिटी ऑफ लखनऊ। ठीक है, ਇਹਦਾ ਵੀ ਤੁਹਾਨੂੰ ਆਲਮੋਸਟ ਜੇ ਨਹੀਂ ਵੀ ਪਤਾ ਹੋਏਗਾ ਯੂ ਵੁੱਡ ਬੀ ਏਬਲ ਟੂ ਰਿਕਗਨਾਈਜ਼ ਕਿ ਨਾਲੰਦਾ ਯੂਨੀਵਰਸਿਟੀ ਹੈ ਜਿਹੜੀ ਯੂਨੈਸਕੋ ਵਰਲਡ ਹੈਰੀਟੇਜ ਦੇ ਵਿੱਚ ਆਈ ਹੈ। क्वेश्चन नंबर नेक्स्ट की सीगा 115, विच ऑफ द फॉलोइंग पेयर्स स्टेट डेट ऑफ फॉर्मेशन इज करेक्टली मैच्ड। ठीक है, ये भी ईजी क्वेश्चन सीगा, थोड़ा जिहा ट्रिकी होना जे किसी ਨੂੰ लगता होएगा। ਇਹ ਸੀਗਾ ਹਰਿਆਣਾ ਜਿਹੜਾ ਹੈਗਾ 1 ਨਵੰਬਰ 1966, ਮਿਜ਼ੋਰਮ 25 ਜੂਨ 1986, तेलंगाना 15 अगस्त 2014 या छत्तीसगढ़ 20 नवंबर 2000। ठीक है, ਇਹਦਾ ਸਿੰਪਲ ਆਨਸਰ ਹੈ ਪੰਜਾਬ ਤੇ ਹਰਿਆਣਾ ਡਿਵੀਜ਼ਨ ਹੋਇਆ ਸੀਗਾ 1 ਨਵੰਬਰ 1966 ਨੂੰ। Next is, at which of the following places was the flag satyagraha successfully led by सरदार वल्लभ भाई पटेल। एक तो महात्मा गांधी का सीगा, इन्होंने क्या किस जगह ते सरदार वल्लभ भाई पटेल का सत्याग्रह सब तो ज़्यादा सीगा। ऑप्शन किसी की पूना, नागपुर, बरदौली या बॉम्बे। सो द करेक्ट आंसर सीगा ऑप्शन बी नागपुर। नेक्स्ट इज, विच ऑफ द फॉलोइंग इज अ मिलिट्री अलायंस। ये आप कई बार अपने करंट अफेयर्स भी किया है, एशियान, नाफ्टा, नेटो और EEC। सो आंसर इज नेशनल एटलांटिक नॉर्थ अटलांटिक ट्रीटी ऑर्गेनाइजेशन। ठीक है, ਇਹਦਾ नेटो इज अ मिलिट्री अलायंस। किसी भी देश से हमला करोगे इट विल बी अज्यूम्ड कि तुसी ग्रुप ऑफ कंट्रीज ते ही हमला किया है। ठीक है, नेक्स्ट इज, विच एयरपोर्ट हैज़ बिकम द वर्ल्ड्स फर्स्ट एयरपोर्ट टू कंप्लीटली ऑपरेट ऑन सोलर पावर। ये भी आप करंट अफेयर्स कवर किया सीगा। ऑप्शंस की ने A कोची एयरपोर्ट, B चेन्नई एयरपोर्ट, C इंदिरा गांधी एयरपोर्ट या D कैंपेगौड़ा जो बेंगलोर है वो वाला एयरपोर्ट। ठीक है, सो आंसर इज सीगा ऑप्शन A कोची एयरपोर्ट। नेक्स्ट इज, द वर्सेटाइल बॉलीवुड एक्टर इरफान खान हु पास्ड अवे इन 2020 हैड वन द नेशनल अवार्ड फॉर विच मूवी। किस मूवी लिए उन्होंने नेशनल अवार्ड मिलिया सीगा। ये भी आए जो थोड़ा बहुत भी टीवी देखते होंगे ਇਹਦਾ आंसर तुसी अटैम्प्ट करता होना है। बट A पान सिंह तोमर, B लंच बॉक्स, C लाइफ ऑफ अ पाई या D हैदर। ठीक है, आंसर इज A पान सिंह तोमर लिए उन्होंने नेशनल अवार्ड मिलिया सी। And the last question is, the Winter Olympics Games for 2022 would be organized at which place। ठीक है, ए सीगा प्योंगचोंग साउथ कोरिया, वैंकूवर कनाडा, सोची रशिया या D बीजिंग चाइना। तो ਇਹਦਾ आंसर भी सीगा D बीजिंग चाइना। सो दैट वाज ऑल फॉर द डे फ्रेंड्स। आई होप तुसी अपना एग्जाम अच्छे तरीके ਨਾਲ ਕੀਤਾ ਹੋਏਗਾ। ठीक है, आई विश यू ऑल द बेस्ट। ਜਿਵੇਂ ਵੀ ਤੁਹਾਡਾ ਸਕੋਰ ਹੋਏਗਾ मे गॉड ਜਿਹੜਾ ਤੁਹਾਡੀ ਮਿਹਨਤ ਦਾ ਜਿਹੜਾ ਵੀ ਫਲ ਹੈ, ਜਿਹੜਾ ਮੁੱਲ ਹੈ, ਜਿਹੜਾ ਰੱਬ ਪਾ ਦੇ, ਹੈ ਨਾ। ਸੋ ਥੈਂਕ ਯੂ ਫॉर ਬੀਇੰਗ ਵਿਦ ਅਸ। Thank you friends, thank you।